ਸਤਿ ਸ੍ਰੀ ਅਕਾਲ ਜੀ। ਵਿਰਾਸਤ ਪੰਜਾਬੀ ਆਡੀਓ ਬੁੱਕਸ ਤੇ ਤੁਹਾਡਾ ਦਿਲੋਂ ਸਵਾਗਤ ਹੈ। ਮੈਂ ਹਾਂ ਨਵਨੀਤ ਕੌਰ। ਅਕਸਰ ਕਿਹਾ ਜਾਂਦਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ, ਪਰ ਕੀ ਹੋਵੇ ਜਦੋਂ ਉਹ ਹੱਥ ਸੋਨੇ ਦੀਆਂ ਜ਼ੰਜੀਰਾਂ ਨਾਲ ਬੰਨ੍ਹ ਦਿੱਤੇ ਜਾਣ? ਕੀ ਹੋਵੇ ਜਦੋਂ ਇਨਸਾਫ ਦੀਆਂ ਅੱਖਾਂ ਤੇ ਬੱਜੀ ਪੱਟੀ ਇਮਾਨਦਾਰੀ ਦੀ ਨਹੀਂ ਬਲਕਿ ਪੈਸੇ ਦੀ ਹੋਵੇ? ਅੱਜ ਅਸੀਂ ਇੱਕ ਅਜਿਹੀ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਜੋ ਸਿਰਫ ਇੱਕ ਕਹਾਣੀ ਨਹੀਂ ਹੈ, ਇਹ ਸਾਡੇ ਸਮੇਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਕਾਲਾ ਸੱਚ ਹੈ। ਇਸ ਕਿਤਾਬ ਦਾ ਨਾਮ ਹੈ ਦ ਜੈਫਰੀ ਐਪਸਟੀਨ ਸਟੋਰੀ, ਪਾਵਰ, ਮਨੀ ਐਂਡ ਸਾਇਲੈਂਸ। ਇਹ ਕਹਾਣੀ ਇੱਕ ਆਮ ਅਪਰਾਧੀ ਦੀ ਨਹੀਂ ਹੈ। ਇਹ ਕਹਾਣੀ ਹੈ ਇੱਕ ਅਜਿਹੇ ਇਨਸਾਨ ਦੀ ਜਿਸ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇਕਰ ਤੁਹਾਡੇ ਕੋਲ ਬੇਹਿਸਾਬ ਦੌਲਤ ਹੈ, ਤਾਕਤਵਰ ਦੋਸਤ ਹਨ ਅਤੇ ਸਿਸਟਮ ਵਿੱਚ ਪਹੁੰਚ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਇੱਥੋਂ ਤੱਕ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡ ਵੀ ਸਕਦੇ ਹੋ। ਇਸ ਆਡੀਓ ਬੁੱਕ ਦੇ 10 ਚੈਪਟਰਸ ਵਿੱਚ ਅਸੀਂ ਸਿਰਫ ਜੈਫਰੀ ਐਪਸਟੀਨ ਦੀ ਗੱਲ ਨਹੀਂ ਕਰਾਂਗੇ, ਅਸੀਂ ਗੱਲ ਕਰਾਂਗੇ ਉਸ ਸਿਸਟਮ ਦੀ ਜਿਸ ਨੇ ਉਸ ਨੂੰ ਬਣਾਇਆ। ਅਸੀਂ ਗੱਲ ਕਰਾਂਗੇ ਗਿਸਲੇਨ ਮੈਕਸਵੈਲ ਵਰਗੇ ਲੋਕਾਂ ਦੀ ਜੋ ਪਰਦੇ ਦੇ ਪਿੱਛੇ ਸਨ। ਅਸੀਂ ਗੱਲ ਕਰਾਂਗੇ ਪ੍ਰਿੰਸ ਐਂਡਰੂ, ਡੋਨਲਡ ਟਰੰਪ, ਬਿਲ ਕਲਿੰਟਨ ਅਤੇ ਹੋਰ ਵੱਡੇ ਨਾਵਾਂ ਦੀ ਜੋ ਉਸ ਦੀਆਂ ਪਾਰਟੀਆਂ ਵਿੱਚ ਦਿਖਾਈ ਦਿੱਤੇ। ਅਤੇ ਸਭ ਤੋਂ ਜ਼ਰੂਰੀ, ਅਸੀਂ ਗੱਲ ਕਰਾਂਗੇ ਉਹਨਾਂ ਪੀੜਤਾਂ ਦੀ ਜਿਨ੍ਹਾਂ ਦੀ ਆਵਾਜ਼ ਨੂੰ ਦਹਾਕਿਆਂ ਤੱਕ ਦਬਾ ਕੇ ਰੱਖਿਆ ਗਿਆ। ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਚੇਤਾਵਨੀ, ਟ੍ਰਿਗਰ ਵਾਰਨਿੰਗ। ਇਹ ਕਿਤਾਬ ਆਸਾਨ ਨਹੀਂ ਹੈ। ਇਸ ਵਿੱਚ ਅਜਿਹੇ ਜੁਰਮਾਂ ਅਤੇ ਘਟਨਾਵਾਂ ਦਾ ਜ਼ਿਕਰ ਹੋਵੇਗਾ ਜੋ ਤੁਹਾਡਾ ਦਿਲ ਦੁਖਾ ਸਕਦੇ ਹਨ, ਜੋ ਤੁਹਾਨੂੰ ਬੇਚੈਨ ਕਰ ਸਕਦੇ ਹਨ, ਕਿਉਂਕਿ ਸੱਚ ਅਕਸਰ ਕੌੜਾ ਹੁੰਦਾ ਹੈ। ਪਰ ਇਸ ਸੱਚ ਨੂੰ ਜਾਣਨਾ ਜ਼ਰੂਰੀ ਹੈ ਤਾਂ ਜੋ ਇਤਿਹਾਸ ਦੁਬਾਰਾ ਨਾ ਦੁਹਰਾਇਆ ਜਾਵੇ। ਤਾਂ ਕੀ ਤੁਸੀਂ ਤਿਆਰ ਹੋ ਉਸ ਦੁਨੀਆ ਵਿੱਚ ਝਾਕਣ ਲਈ ਜਿੱਥੇ ਪ੍ਰਾਈਵੇਟ ਜੈਟ, ਗੁਪਤ ਟਾਪੂ ਅਤੇ ਬੰਦ ਕਮਰਿਆਂ ਦੇ ਰਾਜ਼ ਦੱਬੇ ਹੋਏ ਹਨ? ਆਓ ਪਰਦਾ ਉਠਾਉਂਦੇ ਹਾਂ। ਪਾਮ ਬੀਚ, ਫਲੋਰੀਡਾ। ਇਹ ਉਹ ਜਗ੍ਹਾ ਹੈ ਜਿੱਥੇ ਅਰਬਪਤੀ ਰਹਿੰਦੇ ਹਨ, ਜਿੱਥੇ ਸਮੁੰਦਰ ਦਾ ਨਜ਼ਾਰਾ ਇੱਕ ਆਮ ਗੱਲ ਹੈ, ਜਿੱਥੇ ਘਰਾਂ ਦੀ ਕੀਮਤ ਕਰੋੜਾਂ ਡਾਲਰਾਂ ਵਿੱਚ ਹੈ। ਪਰ ਪਾਮ ਬੀਚ ਸਿਰਫ ਇੱਕ ਨਹੀਂ ਹੈ, ਅਸਲ ਵਿੱਚ 2 ਪਾਮ ਬੀਚ ਨੇ। ਇੱਕ ਪਾਮ ਬੀਚ ਉਹ ਜਿੱਥੇ ਵੱਡੇ-ਵੱਡੇ ਮਹਿਲ ਨੇ, ਨਿੱਜੀ ਜਹਾਜ਼ ਨੇ ਅਤੇ ਜਿੱਥੇ ਘਰ ਸਾਲ ਦੇ 9 ਮਹੀਨੇ ਖਾਲੀ ਰਹਿੰਦੇ ਹਨ। ਇਹ ਘਰ ਰਹਿਣ ਲਈ ਨਹੀਂ, ਇਹ ਤਾਂ ਸਿਰਫ ਛੁੱਟੀਆਂ ਮਨਾਉਣ ਲਈ ਚੌਥਾ ਜਾਂ 5ਵਾਂ ਟਿਕਾਣਾ ਨੇ। ਅਤੇ ਦੂਜਾ ਪਾਮ ਬੀਚ, ਉਹ ਪਾਮ ਬੀਚ ਜਿੱਥੇ ਲੋਕ ਸਰਕਾਰੀ ਰੋਟੀ ਤੇ ਗੁਜ਼ਾਰਾ ਕਰਦੇ ਹਨ, ਜਿੱਥੇ ਮਾਪਿਓ ਆਪਣੇ ਬੱਚਿਆਂ ਨੂੰ ਜੇਬ ਖਰਚ ਲਈ $300 ਵੀ ਨਹੀਂ ਦੇ ਸਕਦੇ। ਪਾਮ ਬੀਚ ਦੇ ਸਕੂਲਾਂ ਵਿੱਚ ਇੱਕ ਮਜ਼ਾਕ ਬਹੁਤ ਮਸ਼ਹੂਰ ਸੀ। ਬੱਚੇ ਕਹਿੰਦੇ ਸਨ, ਇੱਥੇ 2 ਤਰ੍ਹਾਂ ਦੇ ਬੱਚੇ ਹੁੰਦੇ ਹਨ, ਇੱਕ ਅਮਰੀਕਨ ਗਰਲ ਡਾਲ ਵਾਲੇ ਅਤੇ ਦੂਜੇ ਬਾਰਬੀ ਵਾਲੇ। ਅਮਰੀਕਨ ਗਰਲ ਡਾਲ ਦੇਖਣ ਵਿੱਚ ਆਮ ਗੁੱਡੀ ਵਰਗੀ ਲੱਗਦੀ ਹੈ, ਪਰ ਕੀਮਤ $100 ਤੋਂ ਵੀ ਵੱਧ, ਤੇ ਬਾਰਬੀ $10 ਤੋਂ ਵੀ ਘੱਟ। ਕਈ ਵਾਰ ਤਾਂ ਗਰੀਬ ਬੱਚਿਆਂ ਕੋਲ ਪੁਰਾਣੀਆਂ ਮੰਗੀਆਂ ਹੋਈਆਂ ਬਾਰਬੀਜ਼ ਹੁੰਦੀਆਂ ਸਨ। ਇਸ ਦੂਜੇ ਗਰੀਬ ਪਾਮ ਬੀਚ ਵਿੱਚ ਰਹਿੰਦੀ ਸੀ ਨੇਨਾ, ਉਮਰ ਮਹਿਜ਼ 14 ਸਾਲ। ਨੇਨਾ ਉਸ ਅਮੀਰ ਦੁਨੀਆ ਤੋਂ ਬਹੁਤ ਦੂਰ ਸੀ। ਉਸ ਦੇ ਸੁਪਨੇ ਬਹੁਤ ਸਾਧਾਰਨ ਸਨ, ਲੜਾਈ ਝਗੜੇ ਤੋਂ ਦੂਰ ਰਹਿਣਾ, ਛੋਟੀ-ਮੋਟੀ ਨੌਕਰੀ ਕਰਨਾ, ਪੈਸੇ ਜੋੜਨੇ ਅਤੇ ਸਮੁੰਦਰ ਦੇ ਨੇੜੇ ਰਹਿਣਾ। ਉਹ ਅਰਬਪਤੀਆਂ ਦੇ ਨੇੜੇ ਨਹੀਂ ਜਾਣਾ ਚਾਹੁੰਦੀ ਸੀ, ਪਰ ਸ਼ਾਇਦ ਲੱਖਪਤੀਆਂ ਦੇ ਨੇੜੇ ਰਹਿਣਾ ਚਾਹੁੰਦੀ ਸੀ। ਨੇਨਾ ਸੋਚਦੀ ਸੀ, ਮੈਂ ਆਪਣਾ ਕੰਮ ਕਰਾਂਗੀ, ਚੁੱਪਚਾਪ, ਮਿਹਨਤ ਨਾਲ। ਪਰ ਜ਼ਿੰਦਗੀ ਵਿੱਚ ਕਈ ਵਾਰ ਜਿਸ ਮੁਸੀਬਤ ਤੋਂ ਤੁਸੀਂ ਭੱਜਦੇ ਹੋ, ਉਹੀ ਤੁਹਾਨੂੰ ਲੱਭ ਲੈਂਦੀ ਹੈ। ਇੱਕ ਦਿਨ ਨੇਨਾ ਸਕੂਲ ਦੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਬੈਠੀ ਸੀ, ਵਾਲ ਖਿਲਰੇ ਹੋਏ, ਅੱਖਾਂ ਲਾਲ, ਅਤੇ ਉਹ ਰੋ ਰਹੀ ਸੀ। ਪ੍ਰਿੰਸੀਪਲ ਚੀਖ ਰਿਹਾ ਸੀ, ਤੂੰ ਕੀ ਸੋਚਿਆ ਸੀ? ਸਕੂਲ ਵਿੱਚ ਲੜਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨੇਨਾ ਦੇ ਨਾਲ ਇੱਕ ਹੋਰ ਕੁੜੀ ਸੀ ਜਿਸ ਦੀ ਹਾਲਤ ਹੋਰ ਵੀ ਖਰਾਬ ਸੀ। ਵਜ੍ਹਾ, ਇੱਕ ਮੁੰਡੇ ਪਿੱਛੇ ਲੜਾਈ। ਕਈ ਹਫ਼ਤਿਆਂ ਤੋਂ ਅਫਵਾਹਾਂ ਫੈਲ ਰਹੀਆਂ ਸਨ, ਗਾਲਾਂ ਕੱਢੀਆਂ ਜਾ ਰਹੀਆਂ ਸਨ, ਅਤੇ ਅੱਜ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ। ਲੋਕਾਂ ਦੀ ਭੀੜ ਇਕੱਠੀ ਹੋ ਗਈ। ਮਾਪਿਆਂ ਨੂੰ ਫੋਨ ਕੀਤਾ ਗਿਆ। ਪ੍ਰਿੰਸੀਪਲ ਨੇ ਬੈਗਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ। ਜਦੋਂ ਨੀਨਾ ਦਾ ਬਟਵਾ ਖੋਲ੍ਹਿਆ ਗਿਆ ਤਾਂ ਅੰਦਰੋਂ $300 ਨਕਦ ਮਿਲੇ। ਕਮਰੇ ਵਿੱਚ ਚੁੱਪ ਛਾ ਗਈ। ਇਹ ਕੋਈ ਅਮੀਰ ਸਕੂਲ ਨਹੀਂ ਸੀ, ਇੱਥੇ ਬੱਚੇ ਮੁਫਤ ਖਾਣੇ ਤੇ ਪਲਦੇ ਸਨ। ਘਰਾਂ ਵਿੱਚ ਪੈਸਿਆਂ ਦੀ ਤੰਗੀ ਸੀ। ਪ੍ਰਿੰਸੀਪਲ ਨੇ ਹੈਰਾਨ ਹੋ ਕੇ ਪੁੱਛਿਆ, ਤੇਰੇ ਕੋਲੇ ਪੈਸੇ ਕਿੱਥੋਂ ਆਏ? ਨੀਨਾ ਚੁੱਪ ਰਹੀ। ਜਦੋਂ ਉਸਦੇ ਮਾਤਾ-ਪਿਤਾ ਆਏ ਤਾਂ ਉਹਨਾਂ ਨੇ ਸਾਫ਼ ਕਹਿ ਦਿੱਤਾ, ਅਸੀਂ ਇਸ ਨੂੰ ਇਹ ਪੈਸੇ ਨਹੀਂ ਦਿੱਤੇ, ਸਾਡੇ ਕੋਲ ਤਾਂ ਖੁਦ $300 ਨਹੀਂ ਹਨ। ਮਾਹੌਲ ਬਹੁਤ ਗੰਭੀਰ ਹੋ ਗਿਆ। ਨੀਨਾ ਰੋ ਰਹੀ ਸੀ। ਫਿਰ ਉਸਦੇ ਮੂੰਹੋਂ ਸੱਚ ਟੁੱਟ ਕੇ ਬਾਹਰ ਆਇਆ, ਮੈਂ ਇੱਕ ਬਜ਼ੁਰਗ ਆਦਮੀ ਦੀ ਮਾਲਿਸ਼ ਕੀਤੀ ਸੀ, ਉਸਨੇ ਮੈਨੂੰ ਪੈਸੇ ਦਿੱਤੇ। ਸਭ ਹੈਰਾਨ ਰਹਿ ਗਏ। ਉਸਨੇ ਅੱਗੇ ਦੱਸਿਆ, ਉਹ ਬਜ਼ੁਰਗ ਸੀ, ਚਿੱਟੇ ਵਾਲ, ਸਰੀਰ ਤੰਦਰੁਸਤ ਸੀ, ਉਹ ਪੂਰੀ ਤਰ੍ਹਾਂ ਨੰਗਾ ਸੀ। ਮਾਪੇ ਸਦਮੇ ਵਿੱਚ ਸਨ। ਪ੍ਰਿੰਸੀਪਲ ਦਾ ਰੰਗ ਉੱਡ ਗਿਆ। ਨੇਨਾ ਬੋਲਦੀ ਰਹੀ, ਉਸਨੇ ਮੈਨੂੰ ਨੰਗਾ ਹੋਣ ਲਈ ਕਿਹਾ, ਆਪਣੇ ਉੱਪਰ ਚੜ੍ਹਨ ਲਈ ਕਿਹਾ।
ਉਹ ਆਪਣੇ ਆਪ ਨੂੰ ਮੇਰੇ ਨਾਲ ਰਗੜਦਾ ਰਿਹਾ। ਕਮਰੇ ਵਿੱਚ ਮੌਤ ਵਰਗੀ ਸ਼ਾਂਤੀ ਸੀ। ਕਿਸੇ ਨੇ ਹੌਲੀ ਜਿਹੀ ਪੁੱਛਿਆ, ਕੌਣ ਹੈ ਉਹ ਆਦਮੀ? ਨੇਨਾ ਨੇ ਡਰੀ ਹੋਈ ਆਵਾਜ਼ ਵਿੱਚ ਕਿਹਾ, ਉਸ ਦਾ ਨਾਮ ਹੈ ਜੈਫਰੀ ਐਪਸਟੀਨ। ਇਹ ਸੀ ਉਹ ਪਲ ਜਿੱਥੇ ਇੱਕ 14 ਸਾਲ ਦੀ ਮਾਸੂਮ ਬੱਚੀ ਦੀ ਕਹਾਣੀ ਸਿੱਧੀ ਇੱਕ ਬਹੁਤ ਵੱਡੀ ਤਾਕਤ ਨਾਲ ਟਕਰਾਈ। ਪਾਮ ਬੀਚ ਵਿੱਚ ਇੱਕ ਗੱਲ ਬਹੁਤ ਆਮ ਸੀ, ਇਹ ਸਿਰਫ ਇੱਕ ਮਾਲਿਸ਼ ਹੈ। ਨਾ ਕੋਈ ਜਿਸਮ ਫਰੋਸ਼ੀ, ਨਾ ਕੋਈ ਗੰਦਾ ਧੰਦਾ ਤੇ ਨਾ ਹੀ ਕੋਈ ਜੁਰਮ, ਬਸ ਸਿਰਫ ਇੱਕ ਮਾਲਿਸ਼। ਪਰ ਇਹ ਮਾਲਿਸ਼ ਕੋਈ ਆਮ ਦੁਕਾਨ ਜਾਂ ਸਪਾ ਵਾਲੀ ਨਹੀਂ ਸੀ। ਇਹ ਮਾਲਿਸ਼ ਬਣੀ ਸੀ ਤਾਕਤ, ਡਰ ਅਤੇ ਪੈਸੇ ਦੇ ਲਾਲਚ ਨਾਲ। ਪਾਮ ਬੀਚ ਵਿੱਚ ਜੈਫਰੀ ਐਪਸਟੀਨ ਦਾ ਆਲੀਸ਼ਾਨ ਮਹਿਲ ਸਮੁੰਦਰ ਦੇ ਬਿਲਕੁਲ ਸਾਹਮਣੇ ਸੀ। ਵੱਡਾ ਦਰਵਾਜ਼ਾ, ਸਖਤ ਪਹਿਰਾ, ਪਰ ਕੁੜੀਆਂ ਲਈ ਅੰਦਰ ਜਾਣ ਦਾ ਰਸਤਾ ਵੱਖਰਾ ਸੀ। ਪਿਛਲਾ ਦਰਵਾਜ਼ਾ ਜੋ ਸਿੱਧਾ ਰਸੋਈ ਵਿੱਚ ਖੁੱਲਦਾ ਸੀ। ਕੁੜੀਆਂ ਰਸੋਈ ਵਿੱਚ ਖੜੀਆਂ ਰਹਿੰਦੀਆਂ ਸਨ। ਕੋਈ ਜਾਣ ਪਹਿਚਾਨ ਨਹੀਂ, ਕੋਈ ਆਓ ਭਗਤ ਨਹੀਂ, ਸਿਰਫ ਨਜ਼ਰਾਂ, ਉੱਪਰ ਤੋਂ ਹੇਠਾਂ ਤੱਕ ਪਰਖਣ ਵਾਲੀਆਂ ਨਜ਼ਰਾਂ। ਜੈਫਰੀ ਦਰਵਾਜ਼ੇ ਵਿੱਚ ਖੜਾ ਹੁੰਦਾ ਸੀ, ਧਿਆਨ ਨਾਲ ਦੇਖਦਾ। ਜੇਕਰ ਉਹ ਸਿਰ ਹਿਲਾ ਦਿੰਦਾ ਤਾਂ ਇਸ਼ਾਰਾ ਸਾਫ਼ ਸੀ, ਇਸ ਨੂੰ ਉੱਪਰ ਲੈ ਜਾਓ। ਉੱਪਰਲੀ ਮੰਜ਼ਿਲ, ਇੱਕ ਖਾਸ ਕਮਰਾ ਜਿੱਥੇ ਹਰੇ ਅਤੇ ਗੁਲਾਬੀ ਰੰਗ ਦੇ ਸੋਫੇ ਪਏ ਸਨ। ਕਮਰੇ ਵਿੱਚ ਮਾਲਿਸ਼ ਕਰਨ ਵਾਲਾ ਮੇਜ਼, ਤੇਲ ਦੀਆਂ ਸ਼ੀਸ਼ੀਆਂ, ਤੌਲੀਏ ਅਤੇ ਇੱਕ ਲੱਕੜੀ ਦੀ ਅਲਮਾਰੀ। ਉਸ ਅਲਮਾਰੀ ਦੇ ਅੰਦਰ ਕੀ ਸੀ? ਗੰਦੀਆਂ ਚੀਜ਼ਾਂ, ਸੈਕਸ ਟੌਇਜ਼। ਕੰਧਾਂ ਤੇ ਨੰਗੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਉੱਥੇ ਆਉਣ ਵਾਲੀਆਂ ਕੁੜੀਆਂ ਬਹੁਤ ਛੋਟੀਆਂ ਲੱਗਦੀਆਂ ਸਨ, ਉਮਰ ਤੋਂ ਕਿਤੇ ਜ਼ਿਆਦਾ ਛੋਟੀਆਂ। ਪਹਿਲੀ ਵਾਰ ਆਉਣ ਵਾਲੀਆਂ ਕੁੜੀਆਂ ਘਬਰਾਈਆਂ ਹੁੰਦੀਆਂ ਸਨ, ਬੇਚੈਨ ਮਹਿਸੂਸ ਕਰਦੀਆਂ ਸਨ, ਪਰ ਉਹਨਾਂ ਦੇ ਦਿਮਾਗ ਵਿੱਚ ਸਿਰਫ ਇੱਕੋ ਇੱਕ ਖਿਆਲ ਹੁੰਦਾ ਸੀ, ਮਾਲਿਸ਼ ਤਾਂ ਹੈ। ਫਿਰ ਦਰਵਾਜ਼ਾ ਖੁੱਲਦਾ, ਜੈਫਰੀ ਅੰਦਰ ਆਉਂਦਾ, ਸਿਰਫ ਇੱਕ ਤੌਲੀਏ ਵਿੱਚ। ਉਹ ਤੌਲੀਆ ਸੁੱਟ ਦਿੰਦਾ, ਕੋਈ ਮਾਫੀ ਨਹੀਂ, ਕੋਈ ਸਫਾਈ ਨਹੀਂ। ਆਵਾਜ਼ ਸਖਤ ਅਤੇ ਰੌਬ ਵਾਲੀ, ਆਪਣੇ ਕੱਪੜੇ ਉਤਾਰ ਦੇ। ਜੇਕਰ ਕੁੜੀ ਝਿਜਕਦੀ ਸੀ ਤਾਂ ਦਬਾਅ ਪਾਇਆ ਜਾਂਦਾ, ਤੂੰ ਕੁਝ ਨਹੀਂ ਦਿਖਾ ਰਹੀ, ਤੂੰ ਠੀਕ ਹੈ, ਬੱਚਿਆਂ ਵਾਂਗ ਨਾ ਕਰ। ਉਸ ਕੁੜੀ ਦੀ ਉਮਰ, ਉਸ ਦੀ ਮਰਜ਼ੀ, ਇਹ ਸਭ ਬੇਮਤਲਬ ਸੀ। ਮਾਲਿਸ਼ ਸ਼ੁਰੂ ਹੁੰਦੀ ਪਿੱਠ ਤੋਂ, ਫਿਰ ਪਾਸਾ ਪਲਟਾਇਆ ਜਾਂਦਾ, ਹੱਥ ਇੱਧਰ-ਉੱਧਰ ਘੁੰਮਦੇ, ਗੁਪਤ ਅੰਗਾਂ ਦੇ। ਕੁੜੀ ਸੁੰਨ ਹੋ ਜਾਂਦੀ, ਡਰ, ਘਬਰਾਹਟ, ਕਈ ਵਾਰ ਗੰਦੇ ਸੰਦ ਵਰਤੇ ਜਾਂਦੇ, ਕਈ ਵਾਰ ਜ਼ਬਰਦਸਤੀ ਕੀਤੀ ਜਾਂਦੀ। ਅੰਤ ਵਿੱਚ ਕੀ ਹੁੰਦਾ? ਤੌਲੀਆ ਅਤੇ ਨਕਦ ਪੈਸੇ, $200, $300, $400। ਕੋਈ ਰਸੀਦ ਨਹੀਂ, ਕੋਈ ਸਵਾਲ ਨਹੀਂ। ਕੁੜੀਆਂ ਚਲੀਆਂ ਜਾਂਦੀਆਂ, ਘਰ ਜਾ ਕੇ ਨਹਾਉਂਦੀਆਂ, ਰੋਂਦੀਆਂ ਅਤੇ ਚੁੱਪ ਰਹਿੰਦੀਆਂ। ਅਗਲੇ ਦਿਨ ਕੀ? ਫੋਨ ਦੀ ਘੰਟੀ ਵੱਜਦੀ ਕਿ ਤੂੰ ਦੁਬਾਰਾ ਆਉਣਾ ਚਾਹੁੰਦੀ ਹੈ। ਪੈਸੇ ਦਾ ਲਾਲਚ ਬਹੁਤ ਵੱਡਾ ਸੀ। ਪਰਿਵਾਰ ਗਰੀਬ ਸਨ, ਸੁਪਨੇ ਮਹਿੰਗੇ ਸਨ। ਕੁਝ ਕੁੜੀਆਂ ਨਾ ਕਰ ਦਿੰਦੀਆਂ, ਪਰ ਜ਼ਿਆਦਾਤਰ ਹਾਂ ਕਰ ਦਿੰਦੀਆਂ। ਕਿਉਂ? ਕਿਉਂਕਿ ਜੈਫਰੀ ਨੂੰ ਪਤਾ ਸੀ ਕਿ ਕਿਸ ਨੂੰ ਚੁਣਨਾ ਹੈ। ਪੈਸੇ ਦੀ ਤੰਗੀ ਵਾਲੇ ਘਰ, ਟੁੱਟੇ ਹੋਏ ਪਰਿਵਾਰ, ਜਿਨ੍ਹਾਂ ਦਾ ਆਤਮ ਵਿਸ਼ਵਾਸ ਘੱਟ ਹੋਵੇ ਅਤੇ ਸੁਪਨੇ ਵੱਡੇ ਹੋਣ। ਉਹ ਕਦੇ ਵੀ ਤੇਜ਼ ਤਰਾਰ ਅਤੇ ਅਮੀਰ ਘਰਾਂ ਦੀਆਂ ਕੁੜੀਆਂ ਨੂੰ ਨਹੀਂ ਚੁਣਦਾ ਸੀ। ਉਹ ਚੁਣਦਾ ਸੀ ਮਜਬੂਰ ਕੁੜੀਆਂ ਨੂੰ। ਕੁੜੀਆਂ ਨੂੰ ਫਸਾਉਣ ਦਾ ਤਰੀਕਾ ਬਹੁਤ ਹੀ ਸ਼ਾਤਿਰ ਸੀ। ਜੈਫਰੀ ਖੁਦ ਕੁੜੀਆਂ ਨਹੀਂ ਲੱਭਦਾ ਸੀ, ਕੁੜੀਆਂ ਹੀ ਕੁੜੀਆਂ ਨੂੰ ਲਿਆਉਂਦੀਆਂ ਸਨ। ਇੱਕ ਕੁੜੀ ਨੂੰ $200 ਮਿਲਦੇ ਸਨ ਸਿਰਫ ਦੂਜੀ ਕੁੜੀ ਲਿਆਉਣ ਦੇ। ਉਹ ਆਪਣੀ ਸਹੇਲੀ ਨੂੰ ਲਿਆਉਂਦੀ, ਸਹੇਲੀ ਅੱਗੇ ਕਿਸੇ ਹੋਰ ਨੂੰ। ਇਹ ਇੱਕ ਲੜੀ ਸੀ। ਕੁੜੀਆਂ ਸੋਚਦੀਆਂ ਸਨ, ਮੈਂ ਤਾਂ ਆਪਣੀ ਸਹੇਲੀ ਦੀ ਮਦਦ ਕਰ ਰਹੀ ਹਾਂ ਤਾਂ ਜੋ ਉਹ ਪੈਸੇ ਕਮਾ ਸਕੇ। ਪਰ ਅਸਲ ਵਿੱਚ ਇਹ ਜਿਸਮਾਂ ਦਾ ਵਪਾਰ ਸੀ। ਇਹ ਮਾਲਿਸ਼ ਬਾਰੇ ਨਹੀਂ ਸੀ, ਇਹ ਸੀ ਕਾਬੂ, ਤਾਕਤ ਅਤੇ ਚੁੱਪ ਬਾਰੇ। ਕੁੜੀਆਂ ਨੂੰ ਕਿਹਾ ਜਾਂਦਾ ਸੀ, ਕਿਸੇ ਨੂੰ ਨਾ ਦੱਸੀ। ਧਮਕੀਆਂ ਬਹੁਤ ਹੀ ਦੱਬੀ ਆਵਾਜ਼ ਵਿੱਚ ਦਿੱਤੀਆਂ ਜਾਂਦੀਆਂ ਸਨ, ਕਦੇ ਵੀ ਉੱਚੀ ਨਹੀਂ। ਲੋਕ ਤੇਰਾ ਯਕੀਨ ਨਹੀਂ ਕਰਨਗੇ, ਮੇਰੀ ਪਹੁੰਚ ਬਹੁਤ ਦੂਰ ਤੱਕ ਹੈ, ਤੂੰ ਆਪਣਾ ਭਵਿੱਖ ਬਰਬਾਦ ਕਰ ਲਵੇਂਗੀ। ਜ਼ਿਆਦਾਤਰ ਕੁੜੀਆਂ ਡਰ ਕੇ ਚੁੱਪ ਰਹੀਆਂ, ਜਦੋਂ ਤੱਕ ਕਿ ਇੱਕ ਕੁੜੀ ਚੁੱਪ ਨਹੀਂ ਰਹੀ। ਸਤੰਬਰ 2005, ਪਾਮ ਬੀਚ ਪੁਲਿਸ ਇੱਕ ਆਮ ਨਾਕਾਬੰਦੀ ਦੌਰਾਨ ਇੱਕ ਗੱਡੀ ਰੋਕਦੀ ਹੈ। ਗੱਡੀ ਵਿੱਚ ਇੱਕ ਨੌਜਵਾਨ ਕੁੜੀ ਸੀ, ਜਿਸ ਦਾ ਨਕਲੀ ਨਾਮ ਅਸੀਂ ਆਰਿਆ ਰੱਖਦੇ ਹਾਂ। ਕਾਰ ਦੀ ਤਲਾਸ਼ੀ ਲੈਣ ਤੇ ਥੋੜਾ ਜਿਹਾ ਨਸ਼ਾ ਯਾਨੀ ਕਿ ਵੀਡ ਬਰਾਮਦ ਹੋਇਆ। ਆਮ ਤੌਰ ਤੇ ਇਹ ਮਾਮਲਾ ਬਹੁਤ ਸਿੱਧਾ ਹੁੰਦਾ, ਜੁਰਮਾਨਾ, ਚੇਤਾਵਨੀ ਅਤੇ ਗੱਲ ਖਤਮ। ਪਰ ਥਾਣੇ ਵਿੱਚ ਜਾ ਕੇ ਆਰਿਆ ਅਚਾਨਕ ਬੋਲ ਪਈ, ਮੈਂ ਕਿਸੇ ਵੱਡੇ ਅਫਸਰ ਨਾਲ ਗੱਲ ਕਰਨੀ ਹੈ। ਪੁਲਿਸ ਵਾਲੇ ਉਲਝਣ ਵਿੱਚ ਪੈ ਗਏ। ਕਿਉਂ? ਇਹ ਤਾਂ ਮਾਮੂਲੀ ਨਸ਼ੇ ਦਾ ਕੇਸ ਹੈ। ਆਰਿਆ ਕੁਝ ਪਲ ਚੁੱਪ ਰਹੀ, ਫਿਰ ਬੋਲੀ, ਮੈਂ ਇੱਕ ਬਹੁਤ ਤਾਕਤਵਰ ਬੰਦੇ ਨੂੰ ਜਾਣਦੀ ਹਾਂ ਅਤੇ ਉਹ ਜੋ ਕਰਦਾ ਹੈ ਉਹ ਗੈਰ ਕਾਨੂੰਨੀ ਹੈ। ਕਮਰੇ ਵਿੱਚ ਚੁੱਪ ਛਾ ਗਈ। ਨਾਮ ਪੁੱਛਿਆ ਗਿਆ। ਆਰਿਆ ਨੇ ਹੌਲੀ ਜਿਹੀ ਕਿਹਾ, ਜੈਫਰੀ ਐਪਸਟੀਨ।
ਪੁਲਿਸ ਚੌਕਸ ਹੋ ਗਈ। ਆਰਿਆ ਨੇ ਸਭ ਕੁਝ ਦੱਸਣਾ ਸ਼ੁਰੂ ਕੀਤਾ। ਪਾਮ ਬੀਚ ਵਾਲਾ ਮਹਿਲ, ਪਿਛਲੇ ਦਰਵਾਜ਼ੇ ਤੋਂ ਐਂਟਰੀ, ਮਾਲਿਸ਼ ਵਾਲਾ ਕਮਰਾ ਅਤੇ ਨਕਦ ਪੈਸੇ। ਉਸਨੇ ਦੱਸਿਆ ਕਿ ਉਦੋਂ ਮੈਂ ਸਿਰਫ 16 ਸਾਲਾਂ ਦੀ ਸੀ। ਪੁਲਿਸ ਵਾਲਿਆਂ ਨੇ ਲਿਖਣਾ ਸ਼ੁਰੂ ਕੀਤਾ। ਉਹ ਬੋਲੀ, ਉਹ ਮੇਰੀ ਉਮਰ ਜਾਣਦਾ ਸੀ। ਉਸਨੇ ਮੈਨੂੰ ਕਿਹਾ ਸੀ ਕਿ ਕਿਸੇ ਨੂੰ ਨਾ ਦੱਸੀ। ਆਰਿਆ ਰੋ ਰਹੀ ਸੀ। ਉਹ ਬੋਲਦੀ ਰਹੀ, ਮੈਂ ਉੱਥੇ ਲਗਭਗ ਹਰ ਰੋਜ਼ ਜਾਂਦੀ ਸੀ। ਉਹ ਕਹਿੰਦਾ ਸੀ ਕਿ ਮੈਂ ਉਸਦੀ ਪਸੰਦੀਦਾ ਯਾਨੀ ਕਿ ਫੇਵਰੇਟ ਹਾਂ। ਉਸਨੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ, ਨਵੀਂ ਕਾਰ, ਖਰੀਦਾਰੀ ਲਈ ਪੈਸੇ, ਮਹਿੰਗੇ ਕੱਪੜੇ, ਜਹਾਜ਼ ਦੀਆਂ ਟਿਕਟਾਂ। ਇੱਕ ਅਫਸਰ ਨੇ ਪੁੱਛਿਆ, ਤੂੰ ਰੁਕੀ ਕਿਉਂ ਨਹੀਂ? ਆਰਿਆ ਨੇ ਹੌਲੀ ਜਿਹੀ ਜਵਾਬ ਦਿੱਤਾ, ਕਿਉਂਕਿ ਉਸਨੇ ਵਾਅਦਾ ਕੀਤਾ ਸੀ ਕਿ ਉਹ ਮੇਰੀ ਪੜ੍ਹਾਈ ਦਾ ਖਰਚਾ ਚੁੱਕੇਗਾ। ਉਹ ਮੈਨੂੰ ਕਾਲਜ ਭੇਜੇਗਾ। ਸੁਪਨਾ, ਜਾਲ ਅਤੇ ਕਾਬੂ। ਅੰਤ ਵਿੱਚ ਆਰਿਆ ਬੋਲੀ, ਕਈ ਵਾਰ ਉਹ ਮਾਰ-ਕੁੱਟ ਵੀ ਕਰਦਾ ਸੀ। ਪੁਲਿਸ ਹੈਰਾਨ ਰਹਿ ਗਈ। ਇਹ ਹੁਣ ਨਸ਼ੇ ਦਾ ਮਾਮਲਾ ਨਹੀਂ ਰਿਹਾ ਸੀ। ਪਾਮ ਬੀਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪਰ ਪਾਮ ਬੀਚ ਕੋਈ ਆਮ ਸ਼ਹਿਰ ਨਹੀਂ ਹੈ। ਇੱਥੇ ਇੱਕ ਉਸੂਲ ਸਭ ਨੂੰ ਪਤਾ ਹੈ, ਜਿਸ ਕੋਲ ਸੋਨਾ ਹੈ, ਕਾਨੂੰਨ ਉਸੇ ਦਾ ਹੈ। ਇਹ ਅਰਬਪਤੀਆਂ ਦਾ ਸ਼ਹਿਰ ਹੈ। ਵੱਡੀਆਂ ਪਾਰਟੀਆਂ, ਦਾਨ ਪੁੰਨ, ਨਿੱਜੀ ਜਹਾਜ਼। ਪੁਲਿਸ ਜਾਣਦੀ ਸੀ ਕਿ ਅਸੀਂ ਕਿਸੇ ਆਮ ਬੰਦੇ ਨੂੰ ਹੱਥ ਨਹੀਂ ਪਾ ਰਹੇ। ਉਹਨਾਂ ਨੇ ਚੁੱਪਚਾਪ ਕੰਮ ਸ਼ੁਰੂ ਕੀਤਾ। ਕੂੜੇ ਦੀ ਤਲਾਸ਼ੀ। ਹਾਂ, ਐਪਸਟੀਨ ਦੇ ਘਰ ਦਾ ਕੂੜਾ ਚੋਰੀ ਛੁਪੇ ਇਕੱਠਾ ਕੀਤਾ ਗਿਆ। ਕੀ ਲੱਭ ਰਹੇ ਸਨ? ਸਬੂਤ, DNA, ਚਿੱਠੀਆਂ, ਤਸਵੀਰਾਂ, ਨਾਮ। ਇਸੇ ਦੌਰਾਨ ਐਪਸਟੀਨ ਨੂੰ ਖਬਰ ਮਿਲ ਗਈ। ਇੱਕ ਦਿਨ ਥਾਣੇ ਦਾ ਦਰਵਾਜ਼ਾ ਖੁੱਲਿਆ। ਚਿੱਟੇ ਵਾਲਾਂ ਵਾਲਾ ਇੱਕ ਆਦਮੀ ਅੰਦਰ ਆਇਆ, ਪੂਰੇ ਭਰੋਸੇ ਵਿੱਚ, ਸ਼ਾਂਤ। ਉਸਦੇ ਪਿੱਛੇ ਇੱਕ ਬਹੁਤ ਹੀ ਛੋਟੀ ਉਮਰ ਦੀ ਕੁੜੀ, ਸਿਰ ਝੁਕਿਆ ਹੋਇਆ, ਚੁੱਪ। ਐਪਸਟੀਨ ਮੁਸਕਰਾਇਆ, ਆਪਣੀ ਪਹਿਚਾਣ ਦੱਸੀ, ਜੈਫਰੀ ਐਪਸਟੀਨ, ਪਾਮ ਬੀਚ ਦਾ ਰਹਿਣ ਵਾਲਾ। ਫਿਰ ਉਸਨੇ ਇੱਕ ਚੈੱਕ ਫੜਾਇਆ, $90,000 ਦਾ ਦਾਨ, ਪੁਲਿਸ ਦੇ ਸਾਮਾਨ ਲਈ। ਕਮਰੇ ਵਿੱਚ ਅਜੀਬ ਜਿਹਾ ਮਾਹੌਲ ਬਣ ਗਿਆ। ਕੀ ਇਹ ਰਿਸ਼ਵਤ ਸੀ? ਕਾਗਜ਼ਾਂ ਵਿੱਚ ਨਹੀਂ, ਪਰ ਇਖਲਾਕੀ ਤੌਰ ਤੇ ਸ਼ੱਕੀ ਸੀ। ਪੁਲਿਸ ਮੁਖੀ ਨੇ ਦਾਨ ਸਵੀਕਾਰ ਕਰ ਲਿਆ, ਪਰ ਅੰਦਰੋਂ ਸੋਚਿਆ, ਇੱਥੇ ਕੁਝ ਬਹੁਤ ਗਲਤ ਹੋ ਰਿਹਾ ਹੈ। ਜਾਂਚ ਚਲਦੀ ਰਹੀ। ਹੋਰ ਕੁੜੀਆਂ ਸਾਹਮਣੇ ਆਈਆਂ, ਨੇਨਾ, ਆਰਿਆ ਅਤੇ ਹੋਰ। ਤਰੀਕਾ ਸਾਫ਼ ਨਜ਼ਰ ਆ ਰਿਹਾ ਸੀ, ਪਰ ਮੁਸ਼ਕਿਲ, ਤਾਕਤ ਦਾ ਫਰਕ। ਐਪਸਟੀਨ ਦੇ ਵਕੀਲਾਂ ਦੀ ਫੌਜ ਬਹੁਤ ਵੱਡੀ ਸੀ। ਸਭ ਤੋਂ ਮਹਿੰਗੇ ਵਕੀਲ। ਸਰਕਾਰੀ ਵਕੀਲ ਝਿਜਕ ਰਹੇ ਸਨ। ਪੀੜਤਾਂ ਨਾਲ ਦੋਸ਼ੀਆਂ ਤੋਂ ਵੀ ਵੱਧ ਸਖਤੀ ਨਾਲ ਪੁੱਛਗਿੱਛ ਕੀਤੀ ਗਈ। ਬਚਾਓ ਪੱਖ ਦੀ ਕੀ ਚਾਲ ਸੀ? ਉਹ ਖੁਦ ਚਾਹੁੰਦੀ ਸੀ। ਉਸਨੇ ਉਮਰ ਗਲਤ ਦੱਸੀ। ਇਹ ਮਾਲਿਸ਼ ਆਪਣੀ ਮਰਜ਼ੀ ਨਾਲ ਸੀ। ਕੁੜੀਆਂ ਦੀਆਂ ਪੁਰਾਣੀਆਂ ਸੋਸ਼ਲ ਮੀਡੀਆ ਪੋਸਟਾਂ ਕੱਢੀਆਂ ਗਈਆਂ, ਉਹਨਾਂ ਦੇ ਖਿਲਾਫ ਵਰਤੀਆਂ ਗਈਆਂ। ਇੱਕ ਵਕੀਲ ਨੇ ਪੋਸਟਾਂ ਮੇਜ਼ ਤੇ ਮਾਰੀਆਂ, ਇਹ ਤੂੰ ਲਿਖਿਆ ਹੈ। ਪੀੜਿਤ ਕੁੜੀਆਂ ਨੇ ਮਹਿਸੂਸ ਕੀਤਾ ਜਿਵੇਂ ਉਹਨਾਂ ਨਾਲ ਧੋਖਾ ਹੋਇਆ ਹੋਵੇ। ਪਰ ਪੁਲਿਸ ਡਟੀ ਰਹੀ। ਹੁਣ ਤੱਕ 30 ਤੋਂ ਵੱਧ ਪੀੜਤਾਂ ਦੀ ਪਹਿਚਾਣ ਹੋ ਚੁੱਕੀ ਸੀ। ਫਿਰ ਵੀ ਦੋਸ਼ ਬਹੁਤ ਹਲਕੇ। ਕੋਈ ਤਸਕਰੀ ਦਾ ਦੋਸ਼ ਨਹੀਂ, ਸਿਰਫ ਜਿਸਮ ਫਰੋਸ਼ੀ ਲਈ ਉਕਸਾਉਣਾ ਅਤੇ ਨਾਬਾਲਗਾ ਨੂੰ ਲਿਆਉਣਾ। ਐਪਸਟੀਨ ਕੁਝ ਹੀ ਘੰਟਿਆਂ ਵਿੱਚ ਆਜ਼ਾਦ ਹੋ ਗਿਆ। ਜ਼ਮਾਨਤ ਸਿਰਫ $3,000। ਪੀੜਿਤ ਕੁੜੀਆਂ ਹੈਰਾਨ ਸਨ। ਇਨਸਾਫ ਵਿੱਚ ਦੇਰੀ ਹੋ ਗਈ ਸੀ, ਪਰ ਉਮੀਦ ਅਜੇ ਮਰੀ ਨਹੀਂ ਸੀ। ਪੁਲਿਸ ਦੀ ਜਾਂਚ ਚੱਲ ਰਹੀ ਸੀ। ਪੀੜਤਾਂ ਦੀ ਗਿਣਤੀ 30 ਤੋਂ ਵੀ ਜ਼ਿਆਦਾ ਹੋ ਚੁੱਕੀ ਸੀ। ਸਬੂਤ ਬਹੁਤ ਪੱਕੇ ਸਨ, ਪਰ ਅਦਾਲਤ ਵਿੱਚ ਕੁਝ ਹੋਰ ਹੀ ਖੇਡ ਚੱਲ ਰਹੀ ਸੀ। ਜੈਫਰੀ ਐਪਸਟੀਨ ਕੋਈ ਆਮ ਮੁਲਜ਼ਮ ਨਹੀਂ ਸੀ। ਉਸ ਦੀ ਕਾਨੂੰਨੀ ਟੀਮ, ਉਸ ਨੂੰ ਡ੍ਰੀਮ ਟੀਮ ਕਿਹਾ ਜਾਂਦਾ ਸੀ। O.J. ਸਿੰਪਸਨ ਵਾਲਾ ਵਕੀਲ, ਦੇਸ਼ ਦੇ ਸਭ ਤੋਂ ਮਹਿੰਗੇ ਅਤੇ ਤਾਕਤਵਰ ਵਕੀਲ। ਤਾਕਤ, ਦਬਾਅ ਅਤੇ ਸਬਰ। ਪਾਮ ਬੀਚ ਦੇ ਸਰਕਾਰੀ ਵਕੀਲ ਹੌਲੀ-ਹੌਲੀ ਬੇਚੈਨ ਹੋਣ ਲੱਗੇ। ਗ੍ਰੈਂਡ ਜੂਰੀ ਬੈਠੀ। ਪੁਲਿਸ ਨੂੰ ਉਮੀਦ ਸੀ ਨਾਬਾਲਿਗਾਂ ਦੀ ਤਸਕਰੀ ਦੇ ਦੋਸ਼ ਲੱਗਣਗੇ, ਲੰਬੀ ਜੇਲ੍ਹ ਹੋਵੇਗੀ। ਪਰ ਅਸਲੀਅਤ? ਸਿਰਫ ਇੱਕ ਦੋਸ਼ ਦੀ ਸਿਫਾਰਿਸ਼ ਹੋਈ, ਜਿਸਮ ਫਰੋਸ਼ੀ ਲਈ ਉਕਸਾਉਣਾ। ਕੋਈ ਤਸਕਰੀ ਨਹੀਂ, ਕੋਈ ਹਮਲਾ ਨਹੀਂ, ਕੋਈ ਸਾਜ਼ਿਸ਼ ਨਹੀਂ। ਪੀੜਤ ਕੁੜੀਆਂ ਹੈਰਾਨ ਰਹਿ ਗਈਆਂ। ਐਪਸਟੀਨ ਜ਼ਮਾਨਤ ਤੇ ਬਾਹਰ ਆ ਗਿਆ, ਸਿਰਫ $3,000 ਵਿੱਚ। ਪੁਲਿਸ ਅਫਸਰਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ, ਪਰ ਇਹ ਤਾਂ ਸਿਰਫ ਸ਼ੁਰੂਆਤ ਸੀ। ਬੰਦ ਕਮਰੇ ਵਿੱਚ ਇੱਕ ਸਮਝੌਤਾ ਸਾਈਨ ਹੁੰਦਾ ਹੈ, ਜਿਸ ਨੂੰ ਨਾਨ ਪ੍ਰੋਸੀਕਿਊਸ਼ਨ ਅਗਰੀਮੈਂਟ ਕਿਹਾ ਗਿਆ। ਇਸ ਡੀਲ ਦੀਆਂ ਸ਼ਰਤਾਂ ਸੁਣੋ। ਐਪਸਟੀਨ ਸਿਰਫ ਛੋਟੇ ਦੋਸ਼ਾਂ ਲਈ ਗੁਨਾਹ ਕਬੂਲ ਕਰੇਗਾ। ਸਾਰੇ ਵੱਡੇ ਫੈਡਰਲ ਦੋਸ਼ ਖਤਮ। ਭਵਿੱਖ ਵਿੱਚ ਕੋਈ ਕੇਸ ਨਹੀਂ ਹੋਵੇਗਾ ਅਤੇ ਉਸ ਦੇ ਸਾਥੀਆਂ ਨੂੰ ਵੀ ਮਾਫੀ ਮਿਲ ਗਈ। ਅਤੇ ਸਭ ਤੋਂ ਖਤਰਨਾਕ ਗੱਲ, ਪੀੜਤਾਂ ਨੂੰ ਦੱਸਿਆ ਹੀ ਨਹੀਂ ਗਿਆ। ਕਾਨੂੰਨ ਮੁਤਾਬਿਕ ਪੀੜਤਾਂ ਨੂੰ ਦੱਸਣਾ ਜ਼ਰੂਰੀ ਸੀ, ਪਰ ਵਕੀਲਾਂ ਨੇ ਚੁੱਪਚਾਪ ਡੀਲ ਪੱਕੀ ਕਰ ਦਿੱਤੀ। ਸਜ਼ਾ ਜਾਂ ਮਜ਼ਾਕ? ਐਪਸਟੀਨ ਨੂੰ ਕੀ ਸਜ਼ਾ ਮਿਲੀ? 18 ਮਹੀਨੇ ਦੀ ਜੇਲ੍ਹ, ਜੋ ਅਸਲ ਵਿੱਚ 13 ਮਹੀਨੇ ਰਹਿ ਗਈ। ਅਤੇ ਜੇਲ੍ਹ ਵੀ ਕਿਹੋ ਜਿਹੀ? ਆਲੀਸ਼ਾਨ ਜੇਲ੍ਹ ਲਾਈਫ, ਨਿੱਜੀ ਹਿੱਸਾ, ਦਰਵਾਜ਼ੇ ਅਕਸਰ ਖੁੱਲੇ ਰਹਿੰਦੇ,
ਟੀਵੀ ਦੀ ਸਹੂਲਤ, ਮੁਲਾਕਾਤੀਆਂ ਦੀ ਖੁੱਲ੍ਹ, ਔਰਤਾਂ ਨੂੰ ਮਿਲਣ ਦੀ ਇਜਾਜ਼ਤ ਅਤੇ ਸਭ ਤੋਂ ਹੈਰਾਨੀਜਨਕ, ਕੰਮ ਦੇ ਬਹਾਨੇ ਇਜਾਜ਼ਤ। ਐਪਸਟੀਨ ਨੂੰ ਇਜਾਜ਼ਤ ਮਿਲੀ ਹਫ਼ਤੇ ਵਿੱਚ 6 ਦਿਨ, ਰੋਜ਼ਾਨਾ 16 ਘੰਟੇ ਜੇਲ੍ਹ ਤੋਂ ਬਾਹਰ ਜਾ ਕੇ ਕੰਮ ਕਰਨ ਦੀ। ਕੰਮ ਕੀ ਸੀ? ਆਪਣੇ ਹੀ ਦਫ਼ਤਰ ਵਿੱਚ ਬੈਠਣਾ। ਪੀੜਤ ਕੁੜੀਆਂ ਅਜੇ ਵੀ ਸਦਮੇ ਵਿੱਚ ਸਨ ਅਤੇ ਦੋਸ਼ੀ ਬਾਹਰ ਆਮ ਜ਼ਿੰਦਗੀ ਜੀ ਰਿਹਾ ਸੀ। ਰਿਹਾਈ ਤੋਂ ਬਾਅਦ ਉਸ ਦੇ ਪੈਰ ਵਿੱਚ ਐਂਕਲ ਮੋਨੀਟਰ ਲਗਾਇਆ ਗਿਆ, ਪਰ ਨਿੱਜੀ ਜਹਾਜ਼ ਵਿੱਚ ਸਫ਼ਰ ਕਰਨ ਦੀ ਛੋਟ, ਨਿੱਜੀ ਟਾਪੂ ਤੇ ਜਾਣ ਦੀ ਛੂਟ, ਸ਼ਾਪਿੰਗ ਸੈਂਟਰਾਂ ਵਿੱਚ ਘੁੰਮਣ ਦੀ ਛੂਟ। ਉਹ ਮੋਨੀਟਰ ਸਿਰਫ ਨਾਮ ਦਾ ਸੀ। ਲੋਕਾਂ ਦੀ ਪ੍ਰਤੀਕਿਰਿਆ ਮਿਲੀ ਜੁਲੀ ਸੀ। ਕੁਝ ਬੋਲੇ ਸ਼ਾਇਦ ਉਹ ਇੰਨਾ ਗਲਤ ਨਹੀਂ ਸੀ। ਕੁਝ ਦੋਸਤ ਬੋਲੇ ਉਹ ਭਾਵਨਾਵਾਂ ਵਿੱਚ ਬਹਿ ਗਿਆ ਸੀ। ਇੱਕ ਦੋਸਤ ਨੇ ਕਿਹਾ ਗਲਤ ਸੰਗਤ ਸੀ, ਪਰ ਅਸਲੀਅਤ ਉਹ ਨਾਬਾਲਿਗ ਸਨ, ਬੱਚੇ ਸਨ। ਸ਼ਿਕਾਰੀ ਅਕਸਰ ਸਿਰਫ ਆਪਣੇ ਸ਼ਿਕਾਰ ਲਈ ਹੀ ਖਤਰਨਾਕ ਹੁੰਦੇ ਹਨ, ਬਾਕੀਆਂ ਲਈ ਉਹ ਚੰਗੇ ਹੁੰਦੇ ਹਨ। 2009 ਤੋਂ 2019 ਤੱਕ ਇਹ ਸਮਾਂ ਬਰਬਾਦ ਹੋ ਗਿਆ। ਐਪਸਟੀਨ ਆਜ਼ਾਦ ਰਿਹਾ। ਨਵੇਂ ਸ਼ਿਕਾਰ, ਪੁਰਾਣੇ ਨੈਟਵਰਕ, ਟਾਪੂ ਦੇ ਦੌਰੇ, ਤਾਕਤਵਰ ਦੋਸਤ, ਪੀੜਤ ਬੋਲਦੇ ਰਹੇ। ਮੀਡੀਆ ਨੇ ਅਣਗੌਲਿਆ ਕੀਤਾ। ਐਪਸਟੀਨ ਮਜ਼ਾਕ ਕਰਦਾ ਰਿਹਾ। ਜੇਲ੍ਹ ਤੋਂ ਉਸ ਦਾ ਈਮੇਲ ਜਵਾਬ ਆਉਂਦਾ ਸੀ, ਛੁੱਟੀਆਂ ਤੇ ਹਾਂ। ਜ਼ਰਾ ਸੋਚੋ, ਪੀੜਤਾਂ ਦਾ ਦਰਦ ਐਪਸਟੀਨ ਲਈ ਇੱਕ ਮਜ਼ਾਕ ਸੀ, ਪਰ ਸੱਚ ਉਡੀਕ ਕਰ ਰਿਹਾ ਸੀ। ਸਮਾਂ ਲੱਗਾ, ਬਹੁਤ ਜ਼ਿਆਦਾ ਸਮਾਂ ਲੱਗਾ। ਪੱਤਰਕਾਰਾਂ, ਸਮਾਜ ਸੇਵੀਆਂ ਅਤੇ ਬਚੇ ਹੋਏ ਪੀੜਤਾਂ ਨੇ ਹੌਲੀ-ਹੌਲੀ ਦਬਾਅ ਵਧਾਇਆ। ਇੱਕ ਦਿਨ ਸਿਸਟਮ ਨੂੰ ਮਜਬੂਰ ਹੋ ਕੇ ਉਸ ਨੂੰ ਦੁਬਾਰਾ ਗ੍ਰਿਫਤਾਰ ਕਰਨਾ ਪਿਆ। ਪਰ ਉਸ ਤੋਂ ਪਹਿਲਾਂ 10 ਸਾਲ ਹੋਰ ਅਤੇ ਕਈ ਹੋਰ ਸ਼ਿਕਾਰ। ਇੱਕ ਪੂਰਾ ਦਹਾਕਾ ਬੀਤ ਚੁੱਕਾ ਸੀ। ਜੈਫਰੀ ਐਪਸਟੀਨ ਆਜ਼ਾਦ ਘੁੰਮ ਰਿਹਾ ਸੀ। ਨਿੱਜੀ ਜਹਾਜ਼, ਨਿੱਜੀ ਟਾਪੂ ਅਤੇ ਵੱਡੇ-ਵੱਡੇ ਅਮੀਰ ਦੋਸਤ। ਪਰ ਪੀੜਿਤ ਚੁੱਪ ਨਹੀਂ ਰਹੇ। ਪੱਤਰਕਾਰਾਂ ਨੇ ਪੁਰਾਣੀਆਂ ਫਾਈਲਾਂ ਖੋਲ੍ਹ ਦਿੱਤੀਆਂ। ਬਚੇ ਹੋਏ ਲੋਕਾਂ ਨੇ ਦੁਬਾਰਾ ਆਵਾਜ਼ ਉਠਾਈ ਅਤੇ ਆਖਿਰਕਾਰ ਜੁਲਾਈ 2019 ਗ੍ਰਿਫਤਾਰੀ। FBI ਅਤੇ NYPD ਦਾ ਸਾਂਝਾ ਆਪਰੇਸ਼ਨ। ਜੈਫਰੀ ਐਪਸਟੀਨ ਫਰਾਂਸ ਤੋਂ ਨਿਊਯਾਰਕ ਆਉਂਦਾ ਹੈ। ਹਵਾਈ ਅੱਡੇ ਤੋਂ ਨਿਕਲਦੇ ਹੀ ਹੱਥਕੜੀਆਂ ਲੱਗ ਗਈਆਂ। ਦੋਸ਼ ਫੈਡਰਲ ਸੈਕਸ ਟ੍ਰੈਫਿਕਿੰਗ ਅਤੇ ਸਾਜ਼ਿਸ਼। ਇਲਜ਼ਾਮ ਸਾਫ਼ ਸਨ। 2002 ਤੋਂ 2005 ਤੱਕ ਫਲੋਰੀਡਾ ਅਤੇ ਨਿਊਯਾਰਕ ਵਿੱਚ ਇੱਕ ਪੂਰਾ ਜਾਲ ਵਿਛਾਇਆ ਗਿਆ ਸੀ। ਨਕਦ ਪੈਸੇ ਅਤੇ ਨਾਬਾਲਿਗ ਲੜਕੀਆਂ। ਇਸ ਵਾਰ ਅਦਾਲਤ ਦਾ ਰਵੱਈਆ ਵੱਖਰਾ ਸੀ। ਕੋਈ ਜ਼ਮਾਨਤ ਨਹੀਂ। ਜੱਜ ਨੇ ਸਾਫ਼ ਕਹਿ ਦਿੱਤਾ, ਇਹ ਭੱਜਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਹ ਸਮਾਜ ਲਈ ਖਤਰਾ ਹੈ। ਐਪਸਟੀਨ ਇਸ ਵਾਰ ਜ਼ਮਾਨਤ ਤੇ ਬਾਹਰ ਨਹੀਂ ਆਇਆ। ਪਹਿਲੀ ਵਾਰ ਕਾਨੂੰਨ ਨੇ ਆਪਣਾ ਕੰਮ ਕੀਤਾ। ਉਸ ਨੂੰ ਰੱਖਿਆ ਗਿਆ ਮੈਟਰੋਪੋਲੀਟਨ ਕਰੈਕਸ਼ਨਲ ਸੈਂਟਰ, ਮੈਨਹੈਟਨ ਵਿੱਚ। ਇਹ ਕੋਈ ਆਮ ਜੇਲ੍ਹ ਨਹੀਂ ਹੈ। ਇਸ ਨੂੰ ਨਿਊਯਾਰਕ ਦਾ ਗੁਆਂਟਾਨਾਮੋ ਕਿਹਾ ਜਾਂਦਾ ਹੈ। ਹਾਲਾਤ ਹਨੇਰਾ, ਚੂਹੇ, ਕਾਕਰੋਚ, ਗੰਦਗੀ ਨਾਲ ਭਰੇ ਪਖਾਨੇ ਅਤੇ ਖਤਰਨਾਕ ਕੈਦੀ। ਐਪਸਟੀਨ ਨੂੰ ਖਾਸ ਨਿਗਰਾਨੀ ਹੇਠ ਰੱਖਿਆ ਗਿਆ। ਖੁਦਕੁਸ਼ੀ ਰੋਕੂ ਨਿਗਰਾਨੀ, ਇੱਕ ਸਾਥੀ ਕੈਦੀ ਦੇ ਨਾਲ, ਕੈਮਰੇ, ਪਹਿਰੇਦਾਰ ਅਤੇ ਰਜਿਸਟਰ। ਸਿਸਟਮ ਨੇ ਕਿਹਾ, ਇਸ ਵਾਰ ਅਸੀਂ ਪੂਰੀ ਤਰ੍ਹਾਂ ਚੌਕਸ ਹਾਂ। ਖਬਰ ਹਰ ਪਾਸੇ ਫੈਲ ਗਈ। ਵੱਡੇ-ਵੱਡੇ ਨਾਮ ਸਾਹਮਣੇ ਆਉਣ ਲੱਗੇ। ਪ੍ਰਿੰਸ ਐਂਡਰੂ, ਸਿਆਸਤਦਾਨ, ਮਸ਼ਹੂਰ ਹਸਤੀਆਂ, ਅਰਬਪਤੀ। ਲੋਕ ਪੁੱਛਣ ਲੱਗੇ, ਕਿਸ ਨੂੰ ਪਤਾ ਸੀ? ਕੌਣ ਸ਼ਾਮਿਲ ਸੀ? ਕਿਸ ਨੂੰ ਬਚਾਇਆ ਗਿਆ? ਐਪਸਟੀਨ ਪਹਿਲੀ ਵਾਰ ਬਚਾਅ ਦੀ ਮੁਦਰਾ ਵਿੱਚ ਸੀ। ਕੋਈ ਮਜ਼ਾਕ ਨਹੀਂ, ਕੋਈ ਆਤਮਵਿਸ਼ਵਾਸ ਨਹੀਂ। ਮੁਕੱਦਮੇ ਦੀ ਤਾਰੀਖ ਤੈਅ ਹੋਈ, ਜੂਨ 2020। ਪੀੜਤਾਂ ਨੂੰ ਉਮੀਦ ਜਾਗੀ। ਉਹਨਾਂ ਨੂੰ ਲੱਗਿਆ ਆਖਿਰਕਾਰ ਨਿਆਂ ਮਿਲੇਗਾ। ਜੁਲਾਈ 2019 ਐਪਸਟੀਨ ਜ਼ਖਮੀ ਹਾਲਤ ਵਿੱਚ ਮਿਲਿਆ। ਗਰਦਨ ਤੇ ਨਿਸ਼ਾਨ ਸਨ। ਉਸਨੇ ਦਾਅਵਾ ਕੀਤਾ, ਮੇਰੇ ਸਾਥੀ ਕੈਦੀ ਨੇ ਮੇਰੇ ਤੇ ਹਮਲਾ ਕੀਤਾ। ਉਸ ਦੇ ਸਾਥੀ ਨੂੰ ਹਟਾ ਦਿੱਤਾ ਗਿਆ ਅਤੇ ਕੁਝ ਸਮੇਂ ਲਈ ਖੁਦਕੁਸ਼ੀ ਰੋਕੂ ਨਿਗਰਾਨੀ ਹਟਾ ਦਿੱਤੀ ਗਈ। ਇਹ ਇੱਕ ਬਹੁਤ ਵੱਡੀ ਗਲਤੀ ਸੀ। 10 ਅਗਸਤ 2019 ਸਵੇਰ ਦਾ ਸਮਾਂ, ਨਾਸ਼ਤੇ ਦਾ ਵੇਲਾ। ਪਹਿਰੇਦਾਰਾਂ ਨੇ ਦਰਵਾਜ਼ਾ ਖੜਕਾਇਆ। ਕੋਈ ਜਵਾਬ ਨਹੀਂ। ਜਦੋਂ ਕੋਠੜੀ ਖੋਲੀ ਗਈ, ਐਪਸਟੀਨ ਬੇਹੋਸ਼ ਮਿਲਿਆ। ਫਾਹਾ ਲਿਆ ਹੋਇਆ। ਐਮਰਜੈਂਸੀ ਅਲਾਰਮ ਵੱਜਿਆ, ਪਰ ਬਹੁਤ ਦੇਰ ਹੋ ਚੁੱਕੀ ਸੀ। ਮੌਤ ਦਾ ਸਮਾਂ ਸਵੇਰੇ 7:36। ਸਰਕਾਰੀ ਫੈਸਲਾ ਖੁਦਕੁਸ਼ੀ। ਉਸ ਤੋਂ ਬਾਅਦ ਦੀ ਜਾਂਚ, DOJ ਦੀ ਰਿਪੋਰਟ ਆਈ। ਪਹਿਰੇਦਾਰ ਸੋ ਰਹੇ ਸਨ। ਰਜਿਸਟਰਜ਼ ਵਿੱਚ ਝੂਠ ਭਰਿਆ ਗਿਆ। ਗਸ਼ਤ ਨਹੀਂ ਕੀਤੀ ਗਈ। ਕੈਮਰੇ ਖਰਾਬ ਸਨ। ਕਤਲ ਦਾ ਕੋਈ ਸਬੂਤ ਨਹੀਂ ਮਿਲਿਆ, ਪਰ ਲਾਪਰਵਾਹੀ ਸਾਫ਼ ਸੀ। ਲੋਕਾਂ ਦਾ ਭਰੋਸਾ ਟੁੱਟ ਗਿਆ। ਮੁਕੱਦਮਾ ਕਦੇ ਹੋਇਆ ਹੀ ਨਹੀਂ। ਪੀੜਿਤ ਇੱਕ ਵਾਰ ਫਿਰ ਜਵਾਬਾਂ ਤੋਂ ਬਿਨਾਂ ਰਹਿ ਗਏ। ਐਪਸਟੀਨ ਮਰ ਚੁੱਕਾ ਸੀ, ਪਰ ਧਿਆਨ ਘੁੰਮ ਗਿਆ ਉਸ ਦੇ ਸਾਥੀਆਂ ਵੱਲ, ਖਾਸ ਕਰਕੇ ਇੱਕ ਨਾਮ, ਗਿਜ਼ਲੇਨ ਮੈਕਸਵੈਲ।
ਐਪਸਟੀਨ ਦਾ ਨੈਟਵਰਕ ਅਜੇ ਵੀ ਜ਼ਿੰਦਾ ਸੀ, ਰਾਜ਼ ਵੀ, ਇਨਸਾਫ ਅਧੂਰਾ ਸੀ, ਪਰ ਕਹਾਣੀ ਖਤਮ ਨਹੀਂ ਹੋਈ ਸੀ। ਐਪਸਟੀਨ ਮਰ ਚੁੱਕਾ ਸੀ, ਪਰ ਸਿਸਟਮ ਨੂੰ ਪਤਾ ਸੀ ਕਿ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ, ਕਿਉਂਕਿ ਐਪਸਟੀਨ ਇਕੱਲਾ ਇਹ ਸਭ ਨਹੀਂ ਕਰ ਸਕਦਾ ਸੀ। ਇਸ ਪੂਰੇ ਕਾਲੇ ਧੰਦੇ ਦੇ ਪਿੱਛੇ ਇੱਕ ਹੋਰ ਦਿਮਾਗ ਸੀ, ਇੱਕ ਹੋਰ ਯੋਜਨਾਕਾਰ, ਇੱਕ ਹੋਰ ਸੰਚਾਲਕ। ਉਸ ਦਾ ਨਾਮ ਸੀ ਗਿਜ਼ਲੇਨ ਮੈਕਸਵੈਲ। ਕੌਣ ਸੀ ਗਿਜ਼ਲੇਨ ਮੈਕਸਵੈਲ? ਬਰਤਾਨੀਆ ਦੇ ਉੱਚ ਵਰਗ ਨਾਲ ਸੰਬੰਧ ਰੱਖਣ ਵਾਲੀ ਇੱਕ ਬਹੁਤ ਹੀ ਤਾਕਤਵਰ ਪਿਤਾ ਦੀ ਧੀ, ਸ਼ਾਹੀ ਘਰਾਣਿਆਂ ਨਾਲ ਉੱਠਣ ਬੈਠਣ ਵਾਲੀ। ਉਹ ਸਿਰਫ ਐਪਸਟੀਨ ਦੀ ਪ੍ਰੇਮਿਕਾ ਨਹੀਂ ਸੀ, ਪੀੜਤਾਂ ਦੇ ਮੁਤਾਬਿਕ ਉਹ ਭਰਤੀ ਕਰਨ ਵਾਲੀ ਸੀ, ਉਹ ਸਿਖਲਾਈ ਦੇਣ ਵਾਲੀ ਸੀ, ਉਹ ਹੁਕਮ ਚਲਾਉਣ ਵਾਲੀ ਸੀ। ਜੇਕਰ ਐਪਸਟੀਨ ਸ਼ਿਕਾਰੀ ਸੀ ਤਾਂ ਗਿਜ਼ਲੇਨ ਉਹ ਜਾਲ ਸੀ ਜਿਸ ਵਿੱਚ ਸ਼ਿਕਾਰ ਫਸਦਾ ਸੀ। ਮੈਕਸਵੈਲ ਦਾ ਕੰਮ ਸਿਰਫ ਕੁੜੀਆਂ ਨੂੰ ਮਿਲਾਉਣਾ ਨਹੀਂ ਸੀ, ਉਸ ਦਾ ਕੰਮ ਸੀ ਕਮਜ਼ੋਰ ਕੁੜੀਆਂ ਦੀ ਪਛਾਣ ਕਰਨਾ, ਉਹਨਾਂ ਨੂੰ ਇਸ ਗੰਦਗੀ ਲਈ ਤਿਆਰ ਕਰਨਾ, ਹੱਦਾਂ ਤੋੜਨਾ ਅਤੇ ਸ਼ੋਸ਼ਣ ਨੂੰ ਆਮ ਗੱਲ ਮਹਿਸੂਸ ਕਰਵਾਉਣਾ। ਪੀੜਿਤ ਕੁੜੀਆਂ ਦੱਸਦੀਆਂ ਹਨ, ਪਹਿਲਾਂ ਉਹ ਦੋਸਤ ਬਣਦੀ ਸੀ, ਫਿਰ ਕਾਬੂ ਕਰਦੀ ਸੀ ਅਤੇ ਫਿਰ ਜ਼ੁਲਮ ਕਰਦੀ ਸੀ। ਉਹ ਕਹਿੰਦੀ ਸੀ, ਸ਼ਾਂਤ ਰਹੋ, ਇਹ ਆਮ ਗੱਲ ਹੈ। ਜੈਫ ਨੂੰ ਮਸਾਜ ਪਸੰਦ ਹੈ, ਤੂੰ ਖਾਸ ਹੈ। ਉਸ ਦਾ ਤਰੀਕਾ ਬਹੁਤ ਹੀ ਸ਼ਾਤਿਰ ਸੀ, ਕਦਮ ਦਰ ਕਦਮ, ਪਹਿਲਾਂ ਤਾਰੀਫਾਂ, ਫਿਰ ਤੋਹਫੇ, ਫਿਰ ਪੈਸੇ, ਭਰੋਸਾ ਜਿੱਤਣਾ, ਫਿਰ ਸਭ ਤੋਂ ਵੱਖ ਕਰ ਦੇਣਾ, ਆਈਸੋਲੇਸ਼ਨ ਅਤੇ ਅੰਤ ਵਿੱਚ ਸ਼ੋਸ਼ਣ। ਜਦੋਂ ਕੋਈ ਕੁੜੀ ਝਿਜਕਦੀ ਸੀ ਤਾਂ ਮੈਕਸਵੈਲ ਪੱਥਰ ਦਿਲ ਬਣ ਜਾਂਦੀ ਸੀ। ਧਮਕੀਆਂ, ਸ਼ਰਮਿੰਦਾ ਕਰਨਾ, ਦਬਾਅ ਪਾਉਣਾ, ਕਦੇ ਪਿਆਰ ਨਾਲ, ਕਦੇ ਜ਼ੁਲਮ ਨਾਲ। ਕੁੜੀਆਂ ਉਲਝਣ ਵਿੱਚ ਪੈ ਜਾਂਦੀਆਂ ਸਨ। ਲਿਟਲ ਸੇਂਟ ਜੇਮਸ ਟਾਪੂ ਤੇ ਮੈਕਸਵੈਲ ਦਾ ਰੋਲ ਬਹੁਤ ਅਹਿਮ ਸੀ। ਕੁੜੀਆਂ ਦਾ ਸਮਾਂ ਤੈਅ ਕਰਨਾ, ਆਉਣ ਜਾਣ ਦਾ ਪ੍ਰਬੰਧ ਕਰਨਾ, ਨਿਯਮ ਲਾਗੂ ਕਰਨੇ ਅਤੇ ਚੁੱਪ ਕਾਇਮ ਰੱਖਣੀ। ਪੀੜਿਤਾ ਨੇ ਕਿਹਾ, ਉਸਨੂੰ ਸਭ ਕੁਝ ਪਤਾ ਸੀ। ਅਸਲ ਵਿੱਚ ਉਸਨੂੰ ਸਿਰਫ ਪਤਾ ਹੀ ਨਹੀਂ ਸੀ, ਉਹ ਸਭ ਕੁਝ ਚਲਾ ਰਹੀ ਸੀ। 2020 ਐਪਸਟੀਨ ਤੋਂ ਬਾਅਦ ਸਭ ਦੀ ਨਜ਼ਰ ਮੈਕਸਵੈਲ ਤੇ ਸੀ। ਨਿਊ ਹੈਂਪਸ਼ਾਇਰ ਦੇ ਜੰਗਲਾਂ ਵਿੱਚ ਇੱਕ ਲੁਕੀ ਹੋਈ ਜ਼ਿੰਦਗੀ, ਨਕਲੀ ਨਾਮ ਸ਼ਾਂਤਕਾਰ, ਪਰ FBI ਉੱਥੇ ਪਹੁੰਚ ਗਈ। ਜੁਲਾਈ 2020 ਗ੍ਰਿਫਤਾਰੀ, ਦੋਸ਼ ਨਾਬਾਲਿਗਾਂ ਦੀ ਸੈਕਸ ਤਸਕਰੀ, ਗਲਤ ਕੰਮਾਂ ਲਈ ਤਿਆਰ ਕਰਨਾ ਅਤੇ ਝੂਠੀ ਗਵਾਹੀ। 2021 ਵਿੱਚ ਮੁਕੱਦਮਾ ਚੱਲਿਆ ਫੈਡਰਲ ਕੋਰਟ ਵਿੱਚ। ਪੀੜਿਤਾ ਨੇ ਗਵਾਹੀ ਦਿੱਤੀ, ਦਰਦਨਾਕ ਵੇਰਵੇ, ਸਭ ਦੀ ਕਹਾਣੀ ਇੱਕੋ ਜਿਹੀ ਸੀ। ਬਚਾਅ ਪੱਖ ਨੇ ਕਿਹਾ, ਇਸ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ, ਪਰ ਜਿਊਰੀ ਨੇ ਫੈਸਲਾ ਸੁਣਾਇਆ, ਦੋਸ਼ੀ। ਜੂਨ 2022 20 ਸਾਲ ਦੀ ਸਜ਼ਾ। ਜੱਜ ਨੇ ਕਿਹਾ, ਤੂੰ ਬੱਚਿਆਂ ਦਾ ਸ਼ਿਕਾਰ ਕੀਤਾ, ਤੂੰ ਜ਼ੁਲਮ ਵਿੱਚ ਮਦਦ ਕੀਤੀ, ਤੂੰ ਸਜ਼ਾ ਦੀ ਹੱਕਦਾਰ ਹੈ। ਪੀੜਿਤ ਕੁੜੀਆਂ ਰੋ ਪਈਆਂ, ਰਾਹਤ ਵੀ ਸੀ, ਦਰਦ ਵੀ ਸੀ ਅਤੇ ਥੋੜਾ ਜਿਹਾ ਸਕੂਨ ਵੀ। ਮੈਕਸਵੈਲ ਨੂੰ ਸਜ਼ਾ ਹੋਣ ਤੋਂ ਬਾਅਦ ਦਬਾਅ ਵਧਣ ਲੱਗਾ। ਲੋਕ ਪੁੱਛਣ ਲੱਗੇ, ਨਾਮ ਕਿੱਥੇ ਹਨ? ਹੋਰ ਕੌਣ ਸ਼ਾਮਿਲ ਸੀ? ਉਹ ਫਾਈਲਾਂ ਕਿੱਥੇ ਹਨ? ਅਦਾਲਤ ਨੇ ਹੌਲੀ-ਹੌਲੀ ਦਸਤਾਵੇਜ਼ ਖੋਲ੍ਹਣੇ ਸ਼ੁਰੂ ਕੀਤੇ, ਪਰ ਬਹੁਤ ਕੁਝ ਅਜੇ ਵੀ ਬੰਦ ਲਿਫਾਫਿਆਂ ਵਿੱਚ ਹੈ। ਮੈਕਸਵੈਲ ਜੇਲ੍ਹ ਵਿੱਚ ਹੈ, ਪਰ ਸਵਾਲ ਅਜੇ ਵੀ ਜ਼ਿੰਦਾ ਹਨ। ਕੀ ਬਲੈਕਮੇਲ ਕੀਤਾ ਗਿਆ ਸੀ? ਕੀ ਗਾਹਕਾਂ ਦੀ ਸੂਚੀ ਮੌਜੂਦ ਹੈ? ਕੀ ਕੌਣ ਬਚਾਇਆ ਗਿਆ? ਕੀ ਇਨਸਾਫ ਮਿਲਿਆ? ਅੱਧਾ ਅਧੂਰਾ। ਕੀ ਸੱਚ ਮਿਲਿਆ? ਅਧੂਰਾ। ਐਪਸਟੀਨ ਫਾਈਲਸ, ਦਸਤਾਵੇਜ਼, ਛੁਪਾਏ ਗਏ ਸੱਚ ਅਤੇ ਤਾਕਤ ਦੀ ਲੜਾਈ। ਐਪਸਟੀਨ ਮਰ ਚੁੱਕਾ ਸੀ, ਮੈਕਸਵੈਲ ਜੇਲ੍ਹ ਵਿੱਚ ਸੀ, ਪਰ ਲੋਕਾਂ ਦਾ ਸਵਾਲ ਅਜੇ ਵੀ ਜ਼ਿੰਦਾ ਸੀ। ਫਾਈਲਾਂ ਕਿੱਥੇ ਹਨ? ਨਾਮ ਕਿੱਥੇ ਹਨ? ਸੱਚ ਕਦੋਂ ਸਾਹਮਣੇ ਆਵੇਗਾ? ਜਦੋਂ ਲੋਕ ਐਪਸਟੀਨ ਫਾਈਲਸ ਦੀ ਗੱਲ ਕਰਦੇ ਹਨ ਤਾਂ ਉਹਨਾਂ ਦਾ ਮਤਲਬ ਹੁੰਦਾ ਹੈ ਤਸਵੀਰਾਂ, ਹਵਾਈ ਸਫ਼ਰ ਦੇ ਰਿਕਾਰਡ, ਚਿੱਠੀਆਂ, ਪਤੇ ਵਾਲੀਆਂ ਡਾਇਰੀਆਂ ਅਤੇ ਅਦਾਲਤੀ ਬਿਆਨ। ਇਹ ਫਾਈਲਾਂ ਸਿਰਫ ਕਾਗਜ਼ ਨਹੀਂ ਹਨ, ਇਹ ਤਾਕਤ ਦੇ ਪੈਰਾਂ ਦੇ ਨਿਸ਼ਾਨ ਹਨ। ਸਾਲਾਂ ਦੀ ਚੁੱਪ ਤੋਂ ਬਾਅਦ ਦਬਾਅ ਬਰਦਾਸ਼ਤ ਤੋਂ ਬਾਹਰ ਹੋ ਗਿਆ। ਆਖਿਰਕਾਰ ਡਿਪਾਰਟਮੈਂਟ ਆਫ ਜਸਟਿਸ ਅਤੇ FBI ਨੇ ਐਲਾਨ ਕੀਤਾ ਕਿ ਕੁਝ ਦਸਤਾਵੇਜ਼ ਜਾਰੀ ਹੋਣਗੇ ਅਤੇ ਫਿਰ ਲੱਖਾਂ ਪੰਨੇ ਜਨਤਾ ਦੇ ਸਾਹਮਣੇ ਰੱਖ ਦਿੱਤੇ ਗਏ। ਫਾਈਲਾਂ ਵਿੱਚ ਕੀ ਮਿਲਿਆ? ਐਪਸਟੀਨ ਅਤੇ ਮੈਕਸਵੈਲ ਦੀਆਂ ਤਸਵੀਰਾਂ, ਮਸ਼ਹੂਰ ਹਸਤੀਆਂ ਨਾਲ ਫੋਟੋਆਂ, ਨਿੱਜੀ ਜਹਾਜ਼ਾਂ ਦੇ ਰਿਕਾਰਡ, ਮਾਲਿਸ਼ ਦੇ ਜ਼ਿਕਰ ਵਾਲੇ ਨੋਟ। ਕੁਝ ਤਸਵੀਰਾਂ ਵਿੱਚ ਤਾਕਤਵਰ ਸਿਆਸਤਦਾਨ, ਵਪਾਰੀ, ਸ਼ਾਹੀ ਪਰਿਵਾਰ ਦੇ ਮੈਂਬਰ ਅਤੇ ਕਲਾਕਾਰ ਦਿਖਾਈ ਦਿੱਤੇ। ਨਾਮ ਸਾਫ਼ ਦਿਖ ਰਹੇ ਸਨ, ਪਰ ਬਹੁਤ ਸਾਰੇ ਪੰਨੇ ਅਜਿਹੇ ਸਨ ਜਿੱਥੇ ਨਾਮ ਕਾਲੇ ਕੀਤੇ ਹੋਏ ਸਨ, ਚਿਹਰੇ ਧੁੰਦਲੇ ਸਨ, ਪੂਰੇ ਦੇ ਪੂਰੇ ਪੰਨੇ ਕਾਲੀ ਸਿਆਹੀ ਨਾਲ ਢੱਕੇ ਹੋਏ ਸਨ। 119 ਪੰਨਿਆਂ ਦੀ ਗ੍ਰੈਂਡ ਜੂਰੀ ਰਿਪੋਰਟ ਵਾਸ, ਹਰ ਪੰਨਾ ਪੂਰੀ ਤਰ੍ਹਾਂ ਕਾਲਾ। ਲੋਕ ਬੋਲੇ, ਇਹ ਪਾਰਦਰਸ਼ਤਾ ਨਹੀਂ ਹੈ, ਇਹ ਸੱਚ ਨੂੰ ਛੁਪਾਉਣ ਦੀ ਕੋਸ਼ਿਸ਼ ਲੱਗ ਰਹੀ ਹੈ।
ਸਰਕਾਰ ਨੇ ਕਿਹਾ ਪੀੜਤਾਂ ਦੀ ਸੁਰੱਖਿਆ ਜ਼ਰੂਰੀ ਹੈ। ਕਾਨੂੰਨ ਮੁਤਾਬਿਕ ਫਾਈਲਾਂ ਨੂੰ ਇੱਕ ਤੈਅ ਤਾਰੀਖ ਤੱਕ ਜਾਰੀ ਹੋਣਾ ਸੀ, ਪਰ ਡੀਓਜੇ ਨੇ ਕਿਹਾ ਸਾਨੂੰ ਹੋਰ ਸਮਾਂ ਚਾਹੀਦਾ ਹੈ। ਇਸ ਤੇ ਸੰਸਦ ਵਿੱਚ ਹੰਗਾਮਾ ਹੋਇਆ। ਕੁਝ ਨੇਤਾਵਾਂ ਨੇ ਕਿਹਾ ਕਾਨੂੰਨ ਤੋੜਿਆ ਜਾ ਰਿਹਾ ਹੈ, ਇਸ ਦੇ ਕਾਨੂੰਨੀ ਨਤੀਜੇ ਹੋਣਗੇ। ਇੱਥੇ ਸਿਆਸਤ ਵੀ ਸ਼ੁਰੂ ਹੋ ਗਈ। ਰਿਪਬਲਿਕਨਸ ਬੋਲੇ ਡੈਮੋਕ੍ਰੈਟਸ ਛੁਪਾ ਰਹੇ ਹਨ, ਡੈਮੋਕ੍ਰੈਟਸ ਬੋਲੇ ਇਹ ਟਰੰਪ ਦੇ ਸਮੇਂ ਦੀ ਗੰਦਗੀ ਹੈ। ਆਮ ਜਨਤਾ ਬੋਲੀ ਸਭ ਮਿਲ ਕੇ ਛੁਪਾ ਰਹੇ ਹਨ। ਸੱਚ ਕੀ ਹੈ? ਸਿਆਸਤ ਨੇ ਇਨਸਾਫ ਨੂੰ ਬੰਦੀ ਬਣਾ ਲਿਆ ਹੈ। ਸਭ ਤੋਂ ਵੱਧ ਚਰਚਾ ਕਿਸ ਦੀ ਹੋਈ? ਐਪਸਟੀਨ ਦੇ ਨਿੱਜੀ ਜਹਾਜ਼ ਦੇ ਰਿਕਾਰਡਾਂ ਦੀ, ਜਿਸ ਨੂੰ ਲੋਕ ਲੋਲੀਟਾ ਐਕਸਪ੍ਰੈਸ ਕਹਿੰਦੇ ਸਨ। ਰਿਕਾਰਡ ਵਿੱਚ ਮਸ਼ਹੂਰ ਨਾਮ ਦਿਖੇ, ਵਾਰ-ਵਾਰ ਜਾਣ ਵਾਲੇ ਲੋਕ, ਅੰਤਰਰਾਸ਼ਟਰੀ ਸਫ਼ਰ। ਜ਼ਰੂਰੀ ਗੱਲ ਹੈ, ਨਾਮ ਆਉਣਾ ਜੁਰਮ ਦਾ ਸਬੂਤ ਨਹੀਂ ਹੁੰਦਾ, ਪਰ ਲੋਕਾਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਕੌਣ ਕਿਉਂ ਗਿਆ, ਕਦੋਂ ਗਿਆ ਅਤੇ ਕਿਸ ਮਕਸਦ ਲਈ ਗਿਆ। ਡੀਓਜੇ ਨੇ ਸਾਫ਼ ਕਿਹਾ ਕੋਈ ਪੱਕੀ ਗਾਹਕ ਸੂਚੀ ਨਹੀਂ ਮਿਲੀ, ਕੋਈ ਬਲੈਕਮੇਲ ਨਹੀਂ ਮਿਲਿਆ। ਐਪਸਟੀਨ ਨੇ ਖੁਦਕੁਸ਼ੀ ਕੀਤੀ। ਇਹ ਉਹੀ ਗੱਲ ਸੀ ਜੋ ਪਹਿਲਾਂ ਵਿਰੋਧੀ ਬੋਲ ਰਹੇ ਸਨ, ਹੁਣ ਉਹੀ ਗੱਲ ਟਰੰਪ ਸਰਕਾਰ ਬੋਲ ਰਹੀ ਸੀ। ਸੋਸ਼ਲ ਮੀਡੀਆ ਤੇ ਗੁੱਸਾ ਫੁੱਟ ਪਿਆ। ਲੋਕ ਕਹਿਣ ਲੱਗੇ ਸਿਸਟਮ ਤਾਕਤਵਰ ਲੋਕਾਂ ਨੂੰ ਬਚਾਉਂਦਾ ਹੈ, ਆਮ ਆਦਮੀ ਲਈ ਕਾਨੂੰਨ ਵੱਖਰਾ ਹੈ। ਬਚੇ ਹੋਏ ਪੀੜਤਾਂ ਨੇ ਕਿਹਾ ਸਾਨੂੰ ਬਦਲਾ ਨਹੀਂ ਚਾਹੀਦਾ, ਸਾਨੂੰ ਸੱਚ ਚਾਹੀਦਾ ਹੈ। ਉਹਨਾਂ ਦਾ ਸਵਾਲ ਸਿੱਧਾ ਸੀ, ਜੋ ਦੇਖ ਰਹੇ ਸਨ, ਜੋ ਵਰਤ ਰਹੇ ਸਨ, ਉਹਨਾਂ ਦੇ ਨਾਮ ਕਿੱਥੇ ਹਨ? ਐਪਸਟੀਨ ਫਾਈਲਸ ਜਾਰੀ ਹੋਈਆਂ, ਪਰ ਪੂਰਾ ਸੱਚ ਨਹੀਂ, ਪੂਰੀ ਜਵਾਬਦੇਹੀ ਨਹੀਂ, ਪੂਰਾ ਇਨਸਾਫ ਨਹੀਂ। ਇਹ ਫਾਈਲਾਂ ਇੱਕ ਗੱਲ ਸਾਬਿਤ ਕਰਦੀਆਂ ਹਨ, ਤਾਕਤ ਦੇ ਨਾਲ ਚੁੱਪ ਆਉਂਦੀ ਹੈ ਅਤੇ ਚੁੱਪੀ ਵੀ ਇੱਕ ਹਥਿਆਰ ਹੁੰਦਾ ਹੈ। ਜੈਫਰੀ ਐਪਸਟੀਨ ਮਰ ਚੁੱਕਾ ਸੀ, ਗਿਲੇਨ ਮੈਕਸਵੈਲ ਜੇਲ੍ਹ ਵਿੱਚ ਸੀ, ਪਰ ਕਹਾਣੀ ਇੱਥੇ ਰੁਕਣ ਵਾਲੀ ਨਹੀਂ ਸੀ, ਕਿਉਂਕਿ ਹੁਣ ਸਿਆਸਤ ਵਿਚਕਾਰ ਆ ਚੁੱਕੀ ਸੀ। ਡੋਨਾਲਡ ਟਰੰਪ ਨੇ ਸਾਲਾਂ ਤੱਕ ਆਪਣੇ ਸਮਰਥਕਾਂ ਨੂੰ ਇਹ ਸੁਣਾਇਆ, ਮੈਂ ਬਾਹਰਲਾ ਬੰਦਾ ਹਾਂ, ਮੈਂ ਵਾਸ਼ਿੰਗਟਨ ਦਾ ਸਿਸਟਮ ਤੋੜਾਂਗਾ, ਗੰਦਗੀ ਸਾਫ਼ ਕਰਾਂਗਾ। ਐਪਸਟੀਨ ਕੇਸ ਉਹਨਾਂ ਲਈ ਇੱਕ ਪੱਕਾ ਹਥਿਆਰ ਸੀ। ਮੈਗਾ ਦੇ ਲੋਕਾਂ ਨੂੰ ਕਿਹਾ ਗਿਆ ਐਪਸਟੀਨ ਤਾਕਤਵਰ ਡੈਮੋਕ੍ਰੈਟਸ ਦਾ ਬੰਦਾ ਸੀ, ਜੇ ਗਾਹਕਾਂ ਦੀ ਸੂਚੀ ਆਈ ਤਾਂ ਪੂਰਾ ਸਿਸਟਮ ਡਿੱਗ ਪਵੇਗਾ। ਇਹ ਸਿਰਫ ਸਿਆਸੀ ਦਾਅਵਾ ਨਹੀਂ ਸੀ, ਇਹ ਲੋਕਾਂ ਲਈ ਇੱਕ ਜਜ਼ਬਾਤੀ ਨਿਵੇਸ਼ ਬਣ ਚੁੱਕਾ ਸੀ। ਰਾਈਟ ਵਿੰਗ ਮੀਡੀਆ ਨੇ ਐਪਸਟੀਨ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਉਹ ਸਿਰਫ ਵਿਰੋਧੀ ਧਿਰ ਦੇ ਅਮੀਰਾਂ ਅਤੇ ਹਾਲੀਵੁੱਡ ਦੇ ਲੋਕਾਂ ਦਾ ਖਾਸ ਬੰਦਾ ਹੋਵੇ। ਸੁਨੇਹਾ ਸਾਫ਼ ਸੀ, ਜੇ ਅਸੀਂ ਤਾਕਤ ਵਿੱਚ ਆਏ ਤਾਂ ਸਭ ਨੰਗਾ ਕਰ ਦੇਵਾਂਗੇ, ਅਤੇ ਮੈਗਾ ਸਮਰਥਕਾਂ ਨੇ ਇਸ ਤੇ ਅੱਖਾਂ ਬੰਦ ਕਰਕੇ ਯਕੀਨ ਕਰ ਲਿਆ। ਟਰੰਪ ਨੇ ਰੈਲੀਆਂ ਵਿੱਚ ਕਿਹਾ ਐਪਸਟੀਨ ਫਾਈਲਾਂ ਹਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ। ਅਟਾਰਨੀ ਜਨਰਲ ਪੈਮ ਬੌਂਡੀ ਨੇ ਕਿਹਾ ਗਾਹਕਾਂ ਦੀ ਸੂਚੀ ਮੇਰੇ ਮੇਜ਼ ਤੇ ਹੈ। ਕਾਸ਼ ਪਟੇਲ ਅਤੇ ਡੈਨ ਬੌਂਜੀਨੋ ਵਰਗਿਆਂ ਨੇ ਇਸ਼ਾਰੇ ਦਿੱਤੇ, ਪਾਰਦਰਸ਼ਿਤਾ ਆਵੇਗੀ, ਸੱਚ ਬਾਹਰ ਆਵੇਗਾ। ਮੈਗਾ ਸਮਰਥਕ ਜਸ਼ਨ ਮਨਾ ਰਹੇ ਸਨ। ਟੋਪੀਆਂ ਤੇ ਲਿਖਿਆ ਸੀ ਮੇਕ ਅਮਰੀਕਾ ਗ੍ਰੇਟ ਅਗੇਨ, ਪਰ ਫਿਰ ਤਾਕਤ ਮਿਲਣ ਤੋਂ ਬਾਅਦ ਸੁਰ ਬਦਲ ਗਏ। ਟਰੰਪ ਨੇ ਕਿਹਾ ਉੱਥੇ ਕੁਝ ਵੀ ਨਹੀਂ ਹੈ, ਐਪਸਟੀਨ ਬਾਰੇ ਗੱਲ ਕਰਨੀ ਬੰਦ ਕਰੋ, ਅੱਗੇ ਵਧੋ। ਸਮਰਥਕ ਹੈਰਾਨ ਰਹਿ ਗਏ। ਉਹਨਾਂ ਦਾ ਸਵਾਲ ਸੀ ਅੱਗੇ ਵਧੀਏ, ਇੰਨੇ ਸਾਲ ਅਸੀਂ ਕਿਸ ਚੀਜ਼ ਲਈ ਲੜੇ? ਡਿਪਾਰਟਮੈਂਟ ਆਫ ਜਸਟਿਸ ਨੇ ਬਿਆਨ ਜਾਰੀ ਕੀਤਾ ਕੋਈ ਪੱਕੀ ਗਾਹਕ ਸੂਚੀ ਨਹੀਂ, ਕੋਈ ਬਲੈਕਮੇਲ ਨਹੀਂ, ਐਪਸਟੀਨ ਨੇ ਖੁਦਕੁਸ਼ੀ ਕੀਤੀ। ਇਹ ਉਹੀ ਗੱਲ ਸੀ ਜੋ ਪਹਿਲਾਂ ਵਿਰੋਧੀ ਬੋਲ ਰਹੇ ਸਨ, ਹੁਣ ਉਹੀ ਗੱਲ ਟਰੰਪ ਸਰਕਾਰ ਬੋਲ ਰਹੀ ਸੀ। ਮੈਗਾ ਸਮਰਥਕ ਉਲਝਣ ਵਿੱਚ ਪੈ ਗਏ। ਉਹਨਾਂ ਸਾਹਮਣੇ 3 ਰਸਤੇ ਸਨ। ਫਾਈਲਾਂ ਝੂਠੀਆਂ ਹਨ, ਸਿਸਟਮ ਵਿਕ ਚੁੱਕਾ ਹੈ, ਟਰੰਪ ਵੀ ਸਮਝੌਤਾ ਕਰ ਚੁੱਕਾ ਹੈ। ਪਹਿਲਾ ਰਸਤਾ ਮੁਸ਼ਕਿਲ ਸੀ, ਦੂਜਾ ਮੰਨਣਯੋਗ ਸੀ, ਪਰ ਤੀਜਾ ਸੋਚ ਤੋਂ ਵੀ ਪਰੇ ਸੀ। ਪਰ ਫਿਰ ਇਲਨ ਮਸਕ ਨੇ ਐਕਸ ਟਵਿੱਟਰ ਤੇ ਲਿਖਿਆ ਟਰੰਪ ਦਾ ਨਾਮ ਐਪਸਟੀਨ ਫਾਈਲਾਂ ਵਿੱਚ ਹੈ। ਬਸ ਫਿਰ ਕੀ ਸੀ? ਇੰਟਰਨੈਟ ਤੇ ਅੱਗ ਲੱਗ ਗਈ। ਪੁਰਾਣੀ ਵੀਡੀਓ ਸਾਹਮਣੇ ਆਈਆਂ, ਟਰੰਪ ਅਤੇ ਐਪਸਟੀਨ ਪਾਰਟੀਆਂ ਵਿੱਚ ਹਾਸਾ ਮਜ਼ਾਕ, ਤਾਰੀਫਾਂ, ਟਰੰਪ ਦਾ ਪੁਰਾਣਾ ਬਿਆਨ ਜੈਫ ਬਹੁਤ ਵਧੀਆ ਬੰਦਾ ਹੈ, ਉਸ ਨੂੰ ਔਰਤਾਂ ਪਸੰਦ ਹਨ, ਥੋੜੀ ਛੋਟੀ ਉਮਰ ਵਾਲੀਆਂ। ਅਚਾਨਕ ਲੋਕਾਂ ਨੇ ਪੁੱਛਣਾ ਸ਼ੁਰੂ ਕੀਤਾ ਜੇ ਟਰੰਪ ਸਾਫ਼ ਹੈ ਤਾਂ ਫਾਈਲਾਂ ਦੱਬੀਆਂ ਕਿਉਂ ਜਾ ਰਹੀਆਂ ਹਨ? ਪਹਿਲੀ ਵਾਰ ਸਮਰਥਕਾਂ ਨੇ ਟਰੰਪ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕੀਤਾ। ਟੋਪੀਆਂ ਸਾੜੀਆਂ ਗਈਆਂ, ਸੋਸ਼ਲ ਮੀਡੀਆ ਤੇ ਗੁੱਸਾ, ਆਪਣੇ ਹੀ ਲੀਡਰਾਂ ਤੇ ਹਮਲੇ। ਇਹ ਪਹਿਲਾਂ ਕਦੇ ਨਹੀਂ ਹੋਇਆ ਸੀ। ਟਰੰਪ ਦੇ ਸਾਥੀਆਂ ਨੇ ਕਿਹਾ ਇਹ ਸਭ ਧਿਆਨ ਭਟਕਾਉਣ ਵਾਲੀਆਂ ਗੱਲਾਂ ਹਨ, ਅਸਲੀ ਮੁੱਦਿਆਂ ਤੇ ਗੱਲ ਕਰੋ। ਪਰ ਜਨਤਾ ਦਾ ਜਵਾਬ ਸੀ ਤੁਸੀਂ ਹੀ ਐਪਸਟੀਨ ਨੂੰ ਮੁੱਦਾ ਬਣਾਇਆ ਸੀ। ਲੋਕਾਂ ਨੇ ਪੁੱਛਿਆ ਸੀਸੀਟੀਵੀ ਦਾ ਉਹ 1 ਮਿੰਟ ਕਿੱਥੇ ਹੈ? ਫਾਈਲਾਂ ਕਾਲੀਆਂ ਕਿਉਂ ਹਨ? ਨਾਮ ਕਿਉਂ ਬਚਾਏ ਜਾ ਰਹੇ ਹਨ? ਜਵਾਬ ਕੋਈ ਨਹੀਂ ਦੇ ਰਿਹਾ ਸੀ। ਚੁੱਪੀ ਬਹੁਤ ਸ਼ੋਰ ਮਚਾ ਰਹੀ ਸੀ। ਐਪਸਟੀਨ ਫਾਈਲਾਂ ਸਿਰਫ ਕਾਨੂੰਨੀ ਮੁੱਦਾ ਨਹੀਂ ਰਹੀਆਂ, ਇਹ ਬਣ ਚੁੱਕੀਆਂ ਸਨ ਸਿਆਸੀ ਦੋਗਲੇਪਨ ਦਾ ਸ਼ੀਸ਼ਾ, ਤਾਕਤ ਦਾ ਇਮਤਿਹਾਨ, ਵਫਾਦਾਰੀ ਬਨਾਮ ਸੱਚ ਦੀ ਲੜਾਈ। ਲੋਕਾਂ ਨੇ ਪਹਿਲੀ ਵਾਰ ਦੇਖਿਆ ਕਿ ਸਾਡਾ ਲੀਡਰ ਵੀ ਉਸੇ ਸਿਸਟਮ ਦਾ ਹਿੱਸਾ ਹੋ ਸਕਦਾ ਹੈ।
ਜੈਫਰੀ ਐਪਸਟੀਨ ਦੀ ਕਹਾਣੀ ਸਿਰਫ ਜੁਰਮ ਅਤੇ ਸਿਆਸਤ ਤੱਕ ਸੀਮਿਤ ਨਹੀਂ ਰਹੀ। ਹੁਣ ਇੱਕ ਹੋਰ ਪਹਿਲੂ ਉੱਭਰ ਕੇ ਆਇਆ, ਵਿਦੇਸ਼ੀ ਖੁਫੀਆ ਏਜੰਸੀ ਦਾ ਪਹਿਲੂ। ਲੋਕ ਪੁੱਛਣ ਲੱਗੇ ਕਿ ਐਪਸਟੀਨ ਸਿਰਫ ਇੱਕ ਸ਼ਿਕਾਰੀ ਯਾਨੀ ਪ੍ਰੈਡੇਟਰ ਸੀ ਜਾਂ ਉਹ ਕਿਸੇ ਹੋਰ ਲਈ ਕੰਮ ਕਰ ਰਿਹਾ ਸੀ। ਐਪਸਟੀਨ ਕੋਲ ਕੀ ਸੀ? ਬੇਹਿਸਾਬ ਪੈਸਾ, ਪੂਰੀ ਦੁਨੀਆ ਵਿੱਚ ਪਹੁੰਚ, ਅਮੀਰਾਂ ਦੀ ਸੁਰੱਖਿਆ ਅਤੇ ਕਾਨੂੰਨ ਤੋਂ ਬਾਰ-ਬਾਰ ਬਚਣਾ। ਇਹ ਸਭ ਦੇਖ ਕੇ ਕੁਝ ਵਿਸ਼ਲੇਸ਼ਕਾਂ ਅਤੇ ਪੱਤਰਕਾਰਾਂ ਨੇ ਸਵਾਲ ਚੁੱਕੇ, ਇੰਨੀ ਸੁਰੱਖਿਆ ਬਿਨਾਂ ਕਿਸੇ ਵੱਡੇ ਹੱਥ ਤੋਂ ਕਿਵੇਂ ਮਿਲ ਸਕਦੀ ਹੈ? ਇੱਥੋਂ ਹੀ ਮੋਸਾਦ ਵਾਲੀ ਗੱਲ ਫੈਲਣ ਲੱਗੀ। ਗਿਸਲੇਨ ਮੈਕਸਵੈਲ ਦੇ ਪਿਤਾ ਇੱਕ ਬਹੁਤ ਵੱਡੇ ਮੀਡੀਆ ਮਾਲਕ ਸਨ। ਅੰਤਰਰਾਸ਼ਟਰੀ ਸੰਬੰਧ ਅਤੇ ਖੁਫੀਆ ਹਲਕਿਆਂ ਵਿੱਚ ਉਹਨਾਂ ਦਾ ਨਾਮ ਸੀ। ਉਹਨਾਂ ਦੀ ਰਹੱਸਮਈ ਮੌਤ ਨੇ ਹੋਰ ਸਵਾਲ ਖੜੇ ਕੀਤੇ। ਸਾਜ਼ਿਸ਼ ਕਰਨ ਵਾਲਿਆਂ ਦਾ ਕਹਿਣਾ ਸੀ ਪਰਿਵਾਰ ਦੇ ਖੁਫੀਆ ਲਿੰਕ ਸਨ। ਗਿਸਲੇਨ ਨੂੰ ਸਿਸਟਮ ਦੀ ਸਿਖਲਾਈ ਸੀ। ਇਹ ਦਾਅਵੇ ਸਾਬਿਤ ਹੋਏ ਤੱਥ ਨਹੀਂ ਹਨ, ਇਹ ਸਿਰਫ ਥਿਊਰੀਆਂ ਹਨ ਜੋ ਮੀਡੀਆ ਅਤੇ ਲੋਕਾਂ ਵਿੱਚ ਘੁੰਮ ਰਹੀਆਂ ਹਨ। ਬਲੈਕਮੇਲ ਮਾਡਲ। ਥਿਊਰੀ ਮੁਤਾਬਿਕ ਇਹ ਮਾਡਲ ਕਿਵੇਂ ਕੰਮ ਕਰਦਾ ਹੈ? ਤਾਕਤਵਰ ਲੋਕਾਂ ਤੱਕ ਪਹੁੰਚ ਬਣਾਓ, ਉਹਨਾਂ ਨੂੰ ਗਲਤ ਹਾਲਾਤਾਂ ਵਿੱਚ ਫਸਾਓ, ਸਬੂਤ ਰਿਕਾਰਡ ਕਰੋ ਅਤੇ ਆਪਣੇ ਪ੍ਰਭਾਵ ਲਈ ਦਬਾਅ ਬਣਾ ਕੇ ਰੱਖੋ। ਇਹ ਮਾਡਲ ਨਵਾਂ ਨਹੀਂ ਹੈ। ਠੰਡੀ ਜੰਗ ਤੋਂ ਲੈ ਕੇ ਅੱਜ ਤੱਕ ਬਲੈਕਮੇਲ ਖੁਫੀਆ ਏਜੰਸੀਆਂ ਦਾ ਪੁਰਾਣਾ ਹਥਿਆਰ ਰਿਹਾ ਹੈ। ਪਰ ਕੀ ਐਪਸਟੀਨ ਦੇ ਕੇਸ ਵਿੱਚ ਕੋਈ ਸਬੂਤ ਹੈ? ਸਿੱਧਾ ਸਬੂਤ ਨਹੀਂ। ਅਦਾਲਤੀ ਦਸਤਾਵੇਜ਼ਾਂ ਨੇ ਨਾ ਤਾਂ ਕੋਈ ਬਲੈਕਮੇਲ ਲਿਸਟ ਪੱਕੀ ਕੀਤੀ ਅਤੇ ਨਾ ਹੀ ਕਿਸੇ ਖੁਫੀਆ ਏਜੰਸੀ ਦਾ ਰੋਲ ਸਾਬਿਤ ਕੀਤਾ। ਇਸ ਲਈ ਸਰਕਾਰੀ ਪੱਖ ਇਹੀ ਹੈ ਕਿ ਖੁਫੀਆ ਕਾਰਵਾਈ ਦਾ ਕੋਈ ਪੱਕਾ ਸਬੂਤ ਨਹੀਂ ਮਿਲਿਆ। ਫਿਰ ਸ਼ੱਕ ਜ਼ਿੰਦਾ ਕਿਉਂ ਹੈ? ਕਿਉਂਕਿ ਕੁਝ ਚੀਜ਼ਾਂ ਦਾ ਜਵਾਬ ਨਹੀਂ ਮਿਲਿਆ। ਐਪਸਟੀਨ ਦੇ ਪੈਸੇ ਦਾ ਸਰੋਤ ਸਾਫ਼ ਨਹੀਂ, ਕਾਨੂੰਨੀ ਛੂਟ ਬਾਰ-ਬਾਰ ਮਿਲਣਾ, ਅਮੀਰਾਂ ਵੱਲੋਂ ਮਿਲੀ ਸੁਰੱਖਿਆ, ਫਾਈਲਾਂ ਦਾ ਬਹੁਤ ਜ਼ਿਆਦਾ ਕਾਲਾ ਹੋਣਾ ਅਤੇ ਜਦੋਂ ਜਵਾਬ ਨਹੀਂ ਮਿਲਦੇ ਤਾਂ ਥਿਊਰੀਆਂ ਜਗ੍ਹਾ ਬਣਾ ਲੈਂਦੀਆਂ ਹਨ। ਕੁਝ ਲੋਕਾਂ ਨੇ ਸਮੇਂ ਤੇ ਵੀ ਸਵਾਲ ਚੁੱਕੇ। ਵੱਡੇ ਕੂਟਨੀਤਿਕ ਦੌਰੇ, ਫਾਈਲਾਂ ਜਾਰੀ ਹੋਣ ਵਿੱਚ ਦੇਰੀ, ਬਿਆਨਾਂ ਦਾ ਤਾਲਮੇਲ। ਸਾਜ਼ਿਸ਼ ਵਾਲੀ ਕਹਾਣੀ ਇਹ ਕਹਿੰਦੀ ਹੈ ਕਿ ਇਜ਼ਰਾਈਲ ਦਾ ਅਮਰੀਕੀ ਸਿਆਸਤ ਤੇ ਬਹੁਤ ਪ੍ਰਭਾਵ ਹੈ, ਪਰ ਅਸਲੀਅਤ, ਰਿਐਲਿਟੀ ਚੈੱਕ, ਦੋਵਾਂ ਦੇਸ਼ਾਂ ਦੀ ਦੋਸਤੀ ਜਨਤਕ ਅਤੇ ਰਣਨੀਤਿਕ ਹੈ। ਇਸ ਦਾ ਮਤਲਬ ਗੈਰ ਕਾਨੂੰਨੀ ਕਬਜ਼ਾ ਜਾਂ ਬਲੈਕਮੇਲ ਸਾਬਿਤ ਨਹੀਂ ਹੁੰਦਾ। ਤੱਥ: ਐਪਸਟੀਨ ਨੇ ਗੰਭੀਰ ਜੁਰਮ ਕੀਤੇ, ਸਿਸਟਮ ਫੇਲ ਹੋਇਆ, ਜਵਾਬਦੇਹੀ ਕਮਜ਼ੋਰ ਰਹੀ। ਡਰ, ਖੁਫੀਆ ਤਾਕਤ ਦੀ ਦੁਰਵਰਤੋਂ, ਗਲੋਬਲ ਬਲੈਕਮੇਲ ਨੈਟਵਰਕ ਅਤੇ ਵਿਦੇਸ਼ੀ ਦਬਾਅ। ਡਰ ਅਕਸਰ ਤੱਥਾਂ ਤੋਂ ਬਿਨਾਂ ਵੀ ਵੱਧਦਾ ਰਹਿੰਦਾ ਹੈ। ਪੀੜਤਾਂ ਦਾ ਨਜ਼ਰੀਆ। ਪੀੜਤਾਂ ਲਈ ਇਹ ਜ਼ਰੂਰੀ ਹੈ ਕਿ ਕੌਣ-ਕੌਣ ਸ਼ਾਮਿਲ ਸੀ ਇਹ ਜਾਣਨਾ ਇਨਸਾਫ ਦਾ ਹਿੱਸਾ ਹੈ, ਪਰ ਉਹਨਾਂ ਲਈ ਇਹ ਵੀ ਜ਼ਰੂਰੀ ਹੈ ਕਿ ਅਟਕਲਾਂ ਤੋਂ ਜ਼ਿਆਦਾ ਜਵਾਬਦੇਹੀ। ਵਿਦੇਸ਼ੀ ਖੁਫੀਆ ਏਜੰਸੀ ਵਾਲੀ ਥਿਊਰੀ ਸਾਬਿਤ ਨਹੀਂ ਹੋਈ। ਸਵਾਲ ਜਾਇਜ਼ ਹਨ ਪਰ ਜਵਾਬ ਅਧੂਰੇ ਹਨ। ਪਾਰਦਰਸ਼ਤਾ ਦੀ ਕਮੀ ਨੇ ਅਟਕਲਾਂ ਨੂੰ ਹਵਾ ਦਿੱਤੀ। ਐਪਸਟੀਨ ਕੇਸ ਇਹ ਸਿਖਾਉਂਦਾ ਹੈ ਕਿ ਜਦੋਂ ਤਾਕਤ ਅਤੇ ਰਹੱਸ ਮਿਲਦੇ ਹਨ ਤਾਂ ਸੱਚ ਅਤੇ ਸਾਜ਼ਿਸ਼ ਦੇ ਵਿਚਕਾਰਲੀ ਲਕੀਰ ਧੁੰਦਲੀ ਹੋ ਜਾਂਦੀ ਹੈ। ਚੈਪਟਰ 10। ਅੰਤਿਮ ਪੜਾਅ। ਇਨਸਾਫ, ਤਾਕਤ ਅਤੇ ਸੱਚ ਦਾ ਆਖਰੀ ਸਵਾਲ। ਜੈਫਰੀ ਐਪਸਟੀਨ ਮਰ ਚੁੱਕਾ ਹੈ, ਪਰ ਕਹਾਣੀ ਖਤਮ ਨਹੀਂ ਹੋਈ। ਅਸਲ ਸੱਚ ਇਹ ਹੈ, ਇੱਕ ਆਦਮੀ ਚਲਾ ਗਿਆ, ਪਰ ਸਿਸਟਮ ਅਜੇ ਵੀ ਜ਼ਿੰਦਾ ਹੈ। ਜਦੋਂ ਐਪਸਟੀਨ ਜੇਲ੍ਹ ਵਿੱਚ ਮਰਿਆ ਤਾਂ ਕੀ ਹੋਇਆ? ਕੋਈ ਪੂਰਾ ਮੁਕੱਦਮਾ, ਟ੍ਰਾਇਲ ਨਹੀਂ ਚੱਲਿਆ। ਕੋਈ ਗਾਹਕ ਸਰਕਾਰੀ ਤੌਰ ਤੇ ਬੇਨਕਾਬ ਨਹੀਂ ਹੋਇਆ। ਕੋਈ ਨੈਟਵਰਕ ਕਾਨੂੰਨੀ ਤੌਰ ਤੇ ਸਾਬਿਤ ਨਹੀਂ ਹੋਇਆ। ਇਸ ਦਾ ਮਤਲਬ ਇਨਸਾਫ ਅਧੂਰਾ ਰਿਹਾ। ਪੀੜਤਾਂ ਨੇ ਕਿਹਾ, ਸਾਨੂੰ ਸਿਰਫ ਪੈਸਾ ਨਹੀਂ ਚਾਹੀਦਾ ਸੀ, ਸਾਨੂੰ ਨਾਮ ਚਾਹੀਦੇ ਸਨ, ਸਾਨੂੰ ਸੱਚ ਚਾਹੀਦਾ ਸੀ। 3 ਲੱਖ ਪੰਨੇ ਜਾਰੀ ਹੋਏ, ਪਰ ਨਾਮ ਕਾਲੇ ਕੀਤੇ ਹੋਏ, ਤਸਵੀਰਾਂ ਧੁੰਦਲੀਆਂ, ਗ੍ਰੈਂਡ ਜੂਰੀ ਦੀ ਰਿਪੋਰਟ ਪੂਰੀ ਕਾਲੀ। ਲੋਕਾਂ ਨੇ ਪੁੱਛਿਆ, ਜੇ ਇਹ ਪਾਰਦਰਸ਼ਤਾ ਹੈ ਤਾਂ ਇਹ ਪਰਦਾ ਕਿਸ ਨੂੰ ਬਚਾ ਰਿਹਾ ਹੈ? ਸੱਚ ਇਹ ਹੈ, ਕਾਲੀ ਸਿਆਹੀ ਕਦੇ-ਕਦੇ ਪੀੜਤਾਂ ਲਈ ਹੁੰਦੀ ਹੈ ਅਤੇ ਕਦੇ-ਕਦੇ ਤਾਕਤਵਰ ਲੋਕਾਂ ਲਈ, ਅਤੇ ਦੋਵਾਂ ਦਾ ਫਰਕ ਦਸਤਾਵੇਜ਼ਾਂ ਵਿੱਚ ਲਿਖਿਆ ਨਹੀਂ ਹੁੰਦਾ। ਇਹ ਕੇਸ ਸਾਨੂੰ 5 ਕੌੜੇ ਸਬਕ ਦਿੰਦਾ ਹੈ। ਜਵਾਬਦੇਹੀ ਤੋਂ ਬਿਨਾਂ ਤਾਕਤ ਖਤਰਨਾਕ ਹੁੰਦੀ ਹੈ। ਜਦੋਂ ਪੈਸਾ, ਸਿਆਸਤ ਅਤੇ ਸੁਰੱਖਿਆ ਮਿਲ ਜਾਣ ਤਾਂ ਕਾਨੂੰਨ ਮੁੜ ਜਾਂਦਾ ਹੈ। ਸੰਸਥਾਵਾਂ ਫੇਲ ਹੋ ਸਕਦੀਆਂ ਹਨ। ਪੁਲਿਸ, ਵਕੀਲ, ਅਦਾਲਤਾਂ ਸਭ ਕੰਮ ਕਰਦੇ ਹਨ, ਪਰ ਦਬਾਅ ਵਿੱਚ ਟੁੱਟ ਵੀ ਜਾਂਦੇ ਹਨ। ਸਭ ਤੋਂ ਵੱਧ ਨੁਕਸਾਨ ਪੀੜਤਾਂ ਦਾ ਹੁੰਦਾ ਹੈ। ਉਹਨਾਂ ਕੋਲ ਨਾ ਤਾਂ ਮਸ਼ਹੂਰੀ ਵਾਲੀ ਟੀਮ ਹੁੰਦੀ ਹੈ ਅਤੇ ਨਾ ਹੀ ਵਕੀਲਾਂ ਦੀ ਫੌਜ ਹੁੰਦੀ ਹੈ। ਮੀਡੀਆ ਦੀ ਭੂਮਿਕਾ 2 ਧਾਰੀ ਤਲਵਾਰ ਹੈ, ਕਦੇ ਬੇਨਕਾਬ ਕਰਦਾ ਹੈ, ਕਦੇ ਮਸਾਲਾ ਲਾਉਂਦਾ ਹੈ। ਸੱਚ ਸਿਰਫ ਤਦ ਹੀ ਨਿਕਲਦਾ ਹੈ ਜਦੋਂ ਲੋਕਾਂ ਦਾ ਦਬਾਅ ਲਗਾਤਾਰ ਬਣਿਆ ਰਹੇ। ਇਸ ਪੂਰੀ ਕਹਾਣੀ ਦਾ ਕੇਂਦਰ ਐਪਸਟੀਨ ਨਹੀਂ ਹੈ। ਕੇਂਦਰ ਵਿੱਚ ਹਨ ਨੈਨਾ, ਆਰਿਆ ਅਤੇ ਉਹ ਸਭ ਜਿਨ੍ਹਾਂ ਦੇ ਨਾਮ ਅਸੀਂ ਕਦੇ ਨਹੀਂ ਜਾਣ ਸਕਾਂਗੇ। ਉਹਨਾਂ ਦਾ ਸੁਨੇਹਾ ਸਾਫ਼ ਹੈ, ਸਾਨੂੰ ਯਾਦ ਰੱਖੋ, ਸਾਡੇ ਤੇ ਸ਼ੱਕ ਨਾ ਕਰੋ, ਸਾਨੂੰ ਸਿਆਸੀ ਹਥਿਆਰ ਨਾ ਬਣਾਓ।
ਭਵਿੱਖ ਦੇ 3 ਸੰਭਾਵਿਤ ਰਸਤੇ ਹਨ। ਪਹਿਲਾ ਰਸਤਾ, ਹੌਲੀ-ਹੌਲੀ ਗਾਇਬ ਹੋਣਾ। ਫਾਈਲਾਂ ਥੋੜੀਆਂ-ਥੋੜੀਆਂ ਆਉਣਗੀਆਂ, ਮੀਡੀਆ ਅੱਕ ਜਾਵੇਗਾ, ਲੋਕ ਅਗਲੇ ਘੁਟਾਲੇ ਵਿੱਚ ਰੁੱਝ ਜਾਣਗੇ। ਦੂਜਾ ਰਸਤਾ, ਅੱਧਾ ਸੱਚ। ਕੁਝ ਲੋਕ ਬੇਨਕਾਬ ਹੋਣਗੇ ਪਰ ਅਸਲੀ ਨੈਟਵਰਕ ਬਚ ਜਾਵੇਗਾ। ਤੀਜਾ ਰਸਤਾ, ਅਸਲੀ ਜਵਾਬਦੇਹੀ। ਇਹ ਸਭ ਤੋਂ ਮੁਸ਼ਕਿਲ ਹੈ ਪਰ ਸਭ ਤੋਂ ਜ਼ਰੂਰੀ ਵੀ। ਇਸ ਦੇ ਲਈ ਚਾਹੀਦੀ ਹੈ ਨਿਰਪੱਖ ਜਾਂਚ, ਬਿਨਾਂ ਸਿਆਸੀ ਦਬਾਅ ਵਾਲੇ ਵਕੀਲ ਅਤੇ ਲਗਾਤਾਰ ਜਨਤਕ ਦਬਾਅ। ਇਹ ਸਿਰਫ ਐਪਸਟੀਨ ਦੀ ਕਹਾਣੀ ਨਹੀਂ ਹੈ, ਇਹ ਕਹਾਣੀ ਹੈ ਤੁਸੀਂ ਕਿਹੋ ਜਿਹੇ ਸਮਾਜ ਵਿੱਚ ਰਹਿਣਾ ਚਾਹੁੰਦੇ ਹੋ, ਜਿੱਥੇ ਪੈਸਾ ਕਾਨੂੰਨ ਤੋਂ ਉੱਪਰ ਹੋਵੇ ਜਾਂ ਕਾਨੂੰਨ ਪੈਸੇ ਤੋਂ ਉੱਪਰ ਹੋਵੇ, ਜਿੱਥੇ ਪੀੜਤਾਂ ਨੂੰ ਚੁੱਪ ਕਰਵਾਇਆ ਜਾਂਦਾ ਹੋਵੇ ਜਾਂ ਉਹਨਾਂ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਹੋਵੇ। ਐਪਸਟੀਨ ਦਾ ਨਾਮ ਸ਼ਾਇਦ ਇਤਿਹਾਸ ਬਣ ਜਾਵੇ, ਪਰ ਜੇ ਅਸੀਂ ਭੁੱਲ ਗਏ ਤਾਂ ਅਗਲਾ ਐਪਸਟੀਨ ਪਹਿਲਾਂ ਹੀ ਤਿਆਰ ਹੋਵੇਗਾ। ਇਸ ਲਈ ਯਾਦ ਰੱਖੋ, ਇਨਸਾਫ ਸਿਰਫ ਅਦਾਲਤ ਵਿੱਚ ਨਹੀਂ ਹੁੰਦਾ, ਇਨਸਾਫ ਯਾਦ ਰੱਖਣ ਵਿੱਚ ਵੀ ਹੁੰਦਾ ਹੈ। ਇਹ ਸੀ ਪੂਰੀ ਕਹਾਣੀ, ਦ ਜੈਫਰੀ ਐਪਸਟੀਨ ਸਟੋਰੀ। ਅਸੀਂ ਉਮੀਦ ਕਰਦੇ ਹਾਂ ਕਿ ਇਸ ਆਡੀਓ ਬੁੱਕ ਨੇ ਤੁਹਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਹੋਣਗੀਆਂ। ਇਹ ਸਿਰਫ ਇੱਕ ਜੁਰਮ ਦੀ ਕਹਾਣੀ ਨਹੀਂ ਸੀ, ਇਹ ਇੱਕ ਸ਼ੀਸ਼ਾ ਸੀ ਜੋ ਸਾਨੂੰ ਦਿਖਾਉਂਦਾ ਹੈ ਕਿ ਜਦੋਂ ਤਾਕਤ ਅਤੇ ਪੈਸਾ ਇਕੱਠੇ ਹੋ ਜਾਣ ਤਾਂ ਇਨਸਾਫ ਕਿਵੇਂ ਦਮ ਤੋੜ ਦਿੰਦਾ ਹੈ। ਪਰ ਯਾਦ ਰੱਖਿਓ, ਹਨੇਰਾ ਚਾਹੇ ਕਿੰਨਾ ਵੀ ਸੰਘਣਾ ਕਿਉਂ ਨਾ ਹੋਵੇ, ਸੱਚ ਦੀ ਇੱਕ ਕਿਰਨ ਹੀ ਕਾਫੀ ਹੁੰਦੀ ਹੈ। ਉਨ੍ਹਾਂ ਪੀੜਤਾਂ ਦੀ ਹਿੰਮਤ ਨੂੰ ਸਲਾਮ ਜਿਨ੍ਹਾਂ ਨੇ ਡਰ ਦੇ ਅੱਗੇ ਗੋਡੇ ਨਹੀਂ ਟੇਕੇ ਅਤੇ ਦੁਨੀਆ ਨੂੰ ਸੱਚ ਦਿਖਾਇਆ। ਜਲਦੀ ਹੀ ਮਿਲਾਂਗੇ ਇੱਕ ਨਵੀਂ ਕਿਤਾਬ ਅਤੇ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੇ ਆਲੇ-ਦੁਆਲੇ ਦਾ ਖਿਆਲ ਰੱਖੋ ਅਤੇ ਆਵਾਜ਼ ਬੁਲੰਦ ਕਰਦੇ ਰਹੋ। ਸੁਣਦੇ ਰਹੋ ਵਿਰਾਸਤ ਪੰਜਾਬੀ ਆਡੀਓ ਬੁੱਕਸ। ਧੰਨਵਾਦ। ਸਤਿ ਸ਼੍ਰੀ ਅਕਾਲ।